ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਮਨ ਲੋਚੈ ਹਰਿ ਮਿਲਨ ਕੋ, ਕਿਉ ਦਰਸ਼ਨ ਪਾਈਆ। ਮੈਂ ਲਖ ਵਿੜਤੇ ਸਾਹਿਬਾ, ਜੇ ਬਿੰਦ ਬੁਲਾਈਆ। ਮੈਂ ਚਾਰੇ ਕੁੰਡਾ ਭਾਲੀਆ, ਤੁਧ ਜੇ ਵਡ ਨਾ ਸਾਈਆ। ਮੈਂ ਦਸਹੁ ਮਾਰਗ ਸੰਤ ਹੋ, ਕਿਉ ਪ੍ਰਭੂ ਮਿਲਾਈਆ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਸਗਲ ਦੁਆਰ ਕਉ ਛਾਡ ਕੇ, ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ। ਚਵਰ ਸ਼ਵਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦੁੱਖ ਨਿਵਾਰਨ ਸੰਕਟ ਹਰਨ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਪ ਸਭ ਸੰਗਤਾਂ ਸਤਿਗੁਰੂ ਜੀ ਦੀ ਗੋਦ ਦੇ ਅੰਦਰ ਜੁੜ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਇਸ ਪਾਵਨ ਪਵਿੱਤਰ ਅਸਥਾਨ ਦੀ ਨਿਤਾ ਪ੍ਰਤ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ। ਉਪਰੰਤ ਸਿੰਘ ਸਾਹਿਬਾਨ ਜੀ ਪਾਸੋਂ ਉਹ ਸ਼ਬਦ ਸਰਵਣ ਕੀਤਾ ਜਿਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਅੱਜ ਕਰਵਾਉਣੀ ਹੈ। ਕਿਉਂਕਿ ਰੋਜ਼ਾਨਾ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਇਸ ਪਾਵਨ ਪਵਿੱਤਰ ਅਸਥਾਨ ਤੋਂ ਆਪ ਸਭ ਸੰਗਤਾਂ ਸਰਵਣ ਕਰਦੇ ਹੋ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਇੰਨੀ ਕੇ ਭਾਵਨਾ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦਰਬਾਰ ਦੇ ਅੰਦਰ ਸਜੀਏ, ਮਨੇ ਬਿਰਤੀਆਂ ਇਕਾਗਰ ਚਿਤ ਕਰੀਏ ਔਰ ਜਰਾ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰੀਏ। ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੀਏ, ਦੋਨੋਂ ਹੱਥ ਜੋੜ ਕੇ ਅਦਬ ਸਹਿਤ ਪ੍ਰੇਮ ਸਹਿਤ ਭਾਵਨਾ ਦੇ ਨਾਲ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਨਸਾਨੀ ਜੀਵਨ ਦੇ ਅੰਦਰ ਇਨਸਾਨ ਆਪਣੇ ਜੀਵਨ ਨੂੰ ਸੁਖੈਲਾ ਬਣਾਉਣ ਦੇ ਵਾਸਤੇ, ਸੋਹਣਾ ਬਣਾਉਣ ਦੇ ਲਈ ਵੱਖ-ਵੱਖ ਯਤਨ ਕਰਦਾ ਹੈ।
ਦੋ ਪੱਖ ਹੁੰਦੇ ਨੇ, ਇੱਕ ਧਾਰਮਿਕ ਪੱਖ ਹੁੰਦਾ ਹੈ, ਇੱਕ ਸੰਸਾਰਕ ਪੱਖ ਹੁੰਦਾ ਹੈ। ਸੰਸਾਰਕ ਪੱਖੋਂ ਇਨਸਾਨ ਪੜ੍ਹਾਈ ਬਹੁਤ ਕਰਦਾ ਹੈ, ਵਿਦਿਆ ਲੈਂਦਾ ਹੈ ਕਿ ਪੜ੍ਹਾਈ ਕਰਕੇ ਵਿਦਿਆ ਲੈ ਕੇ ਕਿਤੇ ਵਧੀਆ ਕੰਮ ਕਰਾਂਗੇ, ਜੋਬ ਕਰਾਂਗੇ, ਮਾਇਆ ਆਏਗੀ, ਜੀਵਨ ਸੁਖੈਲਾ ਹੋ ਜਾਵੇਗਾ। ਘਰ ਬਣਾਉਂਦਾ ਹੈ, ਸੰਸਾਰਕ ਪਦਾਰਥ ਇਕੱਠੇ ਕਰਦਾ ਹੈ, ਮਾਇਆ ਇਕੱਤਰ ਕਰਦਾ ਹੈ ਆਪਣੇ ਜੀਵਨ ਨੂੰ ਸੁਖੈਲਾ ਬਣਾਉਣ ਦੇ ਲਈ, ਸੋਹਣਾ ਬਣਾਉਣ ਦੇ ਲਈ। ਪਰ ਇਹ ਗੱਲ ਨੂੰ ਸੰਸਾਰ ਵਿੱਚ ਮੰਨਿਆ ਜਾਂਦਾ ਹੈ ਕਿ ਸੰਸਾਰਕ ਕੰਮ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਸੰਸਾਰਕ ਕੰਮਾਂ ਤੋਂ ਪਹਿਲਾਂ ਇਨਸਾਨ ਧਾਰਮਿਕ ਕਿਰਿਆ ਨਹੀਂ ਕਰਦਾ, ਧਾਰਮਿਕ ਕੰਮ ਨਹੀਂ ਕਰਦਾ। ਭਾਵ ਸੰਸਾਰਕ ਪੱਖੋਂ ਹਰ ਇੱਕ ਲੋੜ ਦੀ ਪੂਰਤੀ ਵਾਸਤੇ ਇਨਸਾਨ ਧਰਮ ਕਮਾਉਂਦਾ ਹੈ, ਧਾਰਮਿਕ ਅਸਥਾਨ ਤੇ ਜਾਂਦਾ ਹੈ, ਕੋਈ ਗੁਰਦੁਆਰਾ ਸਾਹਿਬ ਜਾਂਦਾ ਹੈ, ਆਪਣੇ ਧਰਮ ਮੁਤਾਬਕ ਕੋਈ ਮੰਦਰ ਜਾਂਦਾ ਹੈ, ਕੋਈ ਮਸਜਿਦ ਜਾਂਦਾ ਹੈ। ਹਰ ਇੱਕ ਦੀ ਆਪੋ ਆਪਣੀ ਮਨੋਤ। ਆਪਣੇ ਸਿੱਖਾਂ ਨੂੰ ਉਪਦੇਸ਼ ਕਰਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਵੇਖੋ ਐਸਾ ਗੁਰੂ, ਐਸਾ ਮੁਰਸ਼ਦ ਜਿਹਦੇ ਬੂਹੇ ਤੇ ਅਸੀਂ ਮੰਗਣ ਲਈ ਆਈਏ ਤੇ ਅੱਗੋਂ ਫਿਰ ਉਹ ਮੂੰਹ ਨਾ ਫੇਰੇ, ਬਲਕਿ ਪਿਆਰ ਦੇ ਨਾਲ ਗੱਲ ਨਾਲ ਲਾ ਕੇ ਕਵੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ। ਦੁਨੀਆ 'ਚ ਇਹੋ ਜਿਹਾ ਮੁਰਸ਼ਦ ਨਹੀਂ ਮਿਲਦਾ ਸੁਖੈਲਾ ਕਿ ਜਿਹਦੇ ਕੋਲ ਬੰਦਾ ਦਿਨੇ ਸਵੇਰ ਚੜ੍ਹਦੇ ਹੀ ਮੰਗਣ ਲੱਗ ਜਾਵੇ ਤੇ ਉਹ ਅੱਗੋਂ ਪਿਆਰਿਓ ਕਹਿ ਕੇ ਸੱਦੇ, ਬਲਕਿ ਖਹਿੜਾ ਛਡਾਉਣ ਵਾਲੇ ਬਹੁਤ ਹੁੰਦੇ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਆਉਂਦੇ ਆ, ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ, ਤੁਧ ਸਭ ਕਿਛ ਮੈਨੋ ਸੌਂਪਿਆ ਜਾ ਤੇਰਾ ਬੰਦਾ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਨਾ, ਕੈਸੀ ਬਾ ਕਮਾਲ ਧੁਰੋਂ ਦਰਗਾਹੋਂ ਆਈ ਹੋਈ ਬਾਣੀ ਹੈ। ਕੱਲਾ ਕੱਲਾ ਸ਼ਬਦ ਬਾ ਕਮਾਲ ਹੈ। ਕੱਲਾ ਕੱਲਾ ਸ਼ਬਦ ਜੇ ਸਮਝਿਆ ਜਾਵੇ ਤੇ ਇਨਸਾਨ ਬੇਪਰਵਾਹ ਹੋ ਜਾਂਦਾ ਹੈ, ਬੇਫਿਕਰਾ ਹੋ ਜਾਂਦਾ ਹੈ। ਹੁਣ ਵੇਖੋ, ਕੰਮ ਸਾਡੇ, ਜੀਵਨ ਸਾਡਾ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਕਾ ਸਿੱਖ ਕਹਿੰਦਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਾ ਤੂੰ ਮੇਰੇ ਵੱਲ ਹੈ, ਪਾਤਸ਼ਾਹ ਜੇ ਤੂੰ ਮੇਰੇ ਪੱਖ ਵਿੱਚ ਖੜਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੇ ਤੂੰ ਮੇਰੀ ਬਾਹ ਫੜਦਾ, ਫਿਰ ਮੈਨੂੰ ਸੰਸਾਰ ਦੀ, ਦੁਨੀਆ ਦੀ ਕਿਸੇ ਗੱਲ ਦੀ ਪਰਵਾਹ ਨਹੀਂ। ਭਾਵ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ ਤੇ ਆਪਣੇ ਸਾਰੇ ਕੰਮ ਵੀ ਗੁਰੂ ਨੂੰ ਦੇ ਦਿੱਤੇ ਕਿ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਤੇਰਾ ਤੇ ਹੁਣ ਮੇਰੇ ਕੰਮ ਵੀ ਤੂੰ ਹੀ ਸਵਾਰਨੇ। ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ, ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ। ਤੂੰ ਸਾਰੇ ਕਾਰਜ ਰਾਸ ਕਰ ਸਕਦਾ। ਕੈਸੀ ਬਾ ਕਮਾਲ ਬਾਣੀ ਹੈ ਕਿ ਸਾਡਾ ਭਰੋਸਾ ਹੋਰ ਬਣ ਜਾਵੇ ਗੁਰੂ ਦੇ ਉੱਤੇ। ਸਤਿਗੁਰੂ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਇਆ, ਅਰਦਾਸ ਕੀਤੀ ਹੈ, ਹੁਣ ਕੁਝ ਪਲ ਟਿਕ ਕੇ ਗੁਰ ਸ਼ਬਦ ਦੀ ਵਿਚਾਰ ਵੀ ਕਰ। ਸੰਸਾਰ ਦੇ ਕੰਮ ਗੁਰੂ ਨੇ ਰਾਸ ਕਰਨੇ ਨੇ, ਸੰਸਾਰਕ ਜੀਵਨ ਗੁਰੂ ਨੇ ਸੁਖੈਲਾ ਬਣਾਉਣਾ ਹੈ। ਹੁਣ ਜਿਹੜਾ ਬੰਦਾ ਦਰਿਆ ਦੇ ਵਿੱਚ ਛਾਲ ਲਾਵੇਗਾ, ਦਰਿਆ ਦੇ ਵਿੱਚ ਡੁਬਕੀ ਮਾਰੇਗਾ, ਖਾਲਸਾ ਜੀ ਉਹਦਾ ਤਨ, ਉਸ ਦਾ ਬਦਨ ਆਪਣੇ ਆਪ ਹੀ ਜਲ ਦੇ ਪ੍ਰਭਾਵ ਦੇ ਨਾਲ ਗਿੱਲਾ ਜ਼ਰੂਰ ਹੋ ਜਾਂਦਾ। ਜਦੋਂ ਬਰਸਾਤ ਹੋ ਰਹੀ ਹੋਵੇ, ਮੀਂਹ ਪੈ ਰਿਹਾ ਹੋਵੇ ਨਾ, ਤੇ ਬੰਦਾ ਘਰ ਤੋਂ ਬਾਹਰ ਜਾਵੇ ਤੇ ਬਰਸਾਤ ਨੂੰ ਕਹਿਣਾ ਨਹੀਂ ਪੈਂਦਾ ਕਿ ਮੇਰੇ ਉੱਤੇ ਵਰਖਾ ਕਰ, ਬੱਦਲ ਨੂੰ ਕਹਿਣਾ ਨਹੀਂ ਪੈਂਦਾ ਕਿ ਮੀਂਹ ਦੀਆਂ ਕਣੀਆਂ ਮੇਰੇ ਤਨ ਦੇ ਉੱਤੇ ਪਾ, ਬਲਕਿ ਵਰਸ ਰਹੇ ਬੱਦਲ ਦੀ ਛਾਂ ਦੇ ਵਿੱਚ ਜਿਹੜਾ ਵੀ ਜਾਵੇਗਾ, ਬੱਦਲ ਉਹਦੇ ਉੱਤੇ ਮੀਂਹ ਜ਼ਰੂਰ ਵਰਸਾਵੇਗਾ। ਸੱਚ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰ ਤੇ ਆ ਕੇ ਵੀ ਕਿਸੇ ਨੂੰ ਬਾਰ-ਬਾਰ ਮੰਗਣਾ ਨਹੀਂ ਪੈਂਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਾਵੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਅਸਥਾਨ ਤੇ ਨਮਸਕਾਰ ਕਰੇ, ਉਹਦੇ ਉੱਤੇ ਕਿਰਪਾ ਗੁਰੂ ਸਾਹਿਬ ਨੇ ਕਰ ਹੀ ਦੇਣੀ ਹੈ, ਕਿਉਂਕਿ ਇੱਥੇ ਰਹਿਮਤਾਂ ਦਾ, ਕਿਰਪਾ ਦਾ, ਬਖਸ਼ਿਸ਼ਾਂ ਦਾ ਸਦਾ ਹੀ ਮੀਂਹ ਵਰਦਾ ਰਹਿੰਦਾ। ਪਰ ਇੱਕ ਵਿਦਵਾਨ ਕਹਿੰਦਾ ਹਮਾਰੀ ਬੇਵਫਾ ਪਰ ਵੀ वो इतना देता है, हम बा वफा होते तो क्या होता।
ਕਿ ਹਾਲੇ ਤੱਕ ਰੱਬ ਨਾਲ ਅਸੀਂ ਵਫਾ ਨਹੀਂ ਕਰਦੇ, ਬੇਵਫਾ ਆ। ਕਿਉਂਕਿ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਰੱਬ ਨੂੰ ਚੇਤੇ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਅਭਿਆਸ ਨਹੀਂ ਕਰਦੇ, ਸਹਿਜ ਪਾਠ ਨਹੀਂ ਕਰਦੇ। ਕਹਿੰਦੇ ਜੀਵਨ ਦੇ ਵਿੱਚ ਰੋਜ਼ਾਨਾ ਕਿਤਨੀਆਂ ਹੀ ਗਲਤੀਆਂ, ਕਿਤਨੀਆਂ ਭੁੱਲਾਂ ਅਸੀਂ ਕਰਦੇ ਹਾਂ, ਪਰ ਫਿਰ ਵੀ ਪਰਮਾਤਮਾ ਕਦੇ ਵੀ ਸਾਡੇ ਅੱਗੇ ਕਦੇ ਵੀ ਇਸ ਤਰ੍ਹਾਂ ਦਾ ਵਰਤਾਵ ਨਹੀਂ ਕਰਦਾ ਕਿ ਮੈਂ ਤੇਰੀ ਸੁਣਨੀ ਨਹੀਂ, ਬਲਕਿ ਜਿਹੜਾ ਗੁਰੂ ਕੋਲ ਆਉਂਦਾ ਉਹਦੀ ਅਰਦਾਸ ਪੂਰੀ ਜ਼ਰੂਰ ਹੁੰਦੀ ਹੈ। ਉਹ ਵਿਦਵਾਨ ਕਹਿੰਦਾ ਜੇ ਰੱਬ ਬੇਵਫਾ ਕੀਤਿਆਂ ਇੰਨਾ ਕੁਝ ਦੇ ਸਕਦਾ ਹੈ, ਐ ਖੁਦਾ ਦੇ ਬੰਦੇ ਜਰਾ ਸੋਚ, ਜੇ ਤੂੰ ਉਸ ਖੁਦਾ ਦੇ ਨਾਲ ਵਫਾ ਕਰਨ ਲੱਗ ਜਾਵੇਂ ਤੇ ਖੁਦਾ ਖੁਦ ਤੇਰੇ ਘਰ ਤੱਕ ਚੱਲ ਕੇ ਆਵੇਗਾ। ਤੇ ਪਿਆਰਿਓ, ਜਿਨ੍ਹਾਂ ਨੇ ਖੁਦਾ ਦੇ ਨਾਲ ਵਫਾ ਕੀਤੀ, ਭਗਤ ਕਬੀਰ ਜੀ, ਭਗਤ ਫਰੀਦ ਜੀ, ਉਹਨਾਂ ਦੇ ਘਰ ਤੱਕ ਖੁਦਾ ਖੁਦ ਚੱਲ ਕੇ ਗਿਆ। ਪਰ ਵਫਾ ਕਰਨੀ ਪੈਂਦੀ ਹੈ। ਮੂੰਹ ਥਿਆਊ ਸੇਜ ਨੈਣਾ ਪਿਰੀ ਵਛਾਵਣਾ, ਜਾ ਦੇਖੈ ਇੱਕ ਵਾਰ ਤਾਂ ਸੁਖ ਕੀਮਾਹੂ ਬਾਹਰੇ। ਕਹਿੰਦੇ ਆਪਣੀ ਨੈਣਾ ਦੀ ਸੇਜ ਬਣਾਉਣੀ ਪੈਂਦੀ ਹੈ, ਅੱਖਾਂ ਦੀ ਸੇਜ ਬਣਾਉਣੀ ਪੈਂਦੀ ਹੈ ਉਸ ਪਿਆਰੇ ਦੇ ਉਡੀਕਾਂ ਦੇ ਲਈ। ਪਿਆਰੇ ਨੂੰ ਉਡੀਕਣਾ ਪੈਂਦਾ ਹੈ, ਖੁਦਾ ਨੂੰ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਆਵਾਜ਼ ਲਾਉਣੀ ਪੈਂਦੀ ਹੈ, ਤਾਂ ਜਾ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖੁਦ ਘਰ ਵਿੱਚ ਵੀ ਚੱਲ ਕੇ ਆਉਂਦੇ ਨੇ। ਤੇ ਕਹਿੰਦੇ ਨੇ ਜੇ ਇਨਸਾਨ ਰੋਜ਼ਾਨਾ ਆਪਣੇ ਨੈਣਾ ਦੀ ਸੇਜਾ ਬਣਾ ਕਰਕੇ ਪਿਆਰੇ ਦੀ ਉਡੀਕ ਕਰੇ, ਪਿਆਰੇ ਨੂੰ ਚੇਤੇ ਕਰੇ ਖਾਲਸਾ ਜੀ, ਔਰ ਪਿਆਰਾ ਇੱਕ ਝਲਕ ਵੀ ਆਪਣੇ ਪਿਆਰੇ ਦੇ ਉੱਤੇ ਪਾ ਦੇਵੇ। ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਇੱਕ ਵਾਰ ਵੀ ਨਿਗਾਹ ਗੁਰੂ ਕੇ ਸਿੱਖ ਤੇ ਪੈ ਜਾਵੇ ਤੇ ਕਹਿੰਦੇ ਉਹੋ ਜਿਹਾ ਸੁੱਖ ਦੁਨੀਆ ਦੇ ਤਖਤੇ ਤੇ ਦੂਜਾ ਨਹੀਂ ਮਿਲਦਾ। ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਦ੍ਰਿਸ਼ਟੀ ਉਹ ਐਸੀ ਬਾ ਕਮਾਲ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਬੰਦੇ ਦੇ ਉੱਤੇ ਵੀ ਗੁਰੂ ਤੇਗ ਬਹਾਦਰ ਦੀ ਨਿਗਾਹ ਪੈ ਜਾਵੇ, ਗੁਰੂ ਕੀ ਬਾਣੀ ਕਹਿੰਦੀ ਹੈ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਬੰਦਿਆਂ ਤੋਂ ਫਿਰ ਰੱਬ ਵਰਗਾ ਹੀ ਬਣਾ ਦਿੰਦੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਦ੍ਰਿਸ਼ਟੀ। ਉਹੋ ਜਿਹਾ ਸੁੱਖ ਨਹੀਂ ਕਿਤੇ ਜੇ ਗੁਰੂ ਦੀ ਨਿਗਾਹ ਮਿਲ ਜਾਵੇ। ਭਾਵੇਂ ਚਾਂਦਨੀ ਚੌਂਕ ਦੇ ਵਿੱਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਤਸੀਹੇ ਵੀ ਦਿੱਤੇ ਜਾਂਦੇ ਨੇ, ਰੂਹ ਵਿੱਚ ਬਨ ਕੇ ਸਾੜਿਆ ਜਾਂਦਾ, ਆਰਾ ਚਲਾਇਆ ਜਾਂਦਾ, ਸਰੀਰ ਦੇ ਉੱਤੇ ਤਸੀਹੇ ਦਿੱਤੇ ਜਾ ਰਹੇ ਨੇ। ਪਰ ਪਿਆਰਿਓ, ਤਾਂ ਵੀ ਉਹਨਾਂ ਦੇ ਉੱਤੇ ਦੁੱਖ ਦਾ ਪ੍ਰਭਾਵ ਕਿਉਂ ਨਹੀਂ? ਕਿਉਂਕਿ ਪਿੰਜਰੇ ਦੇ ਵਿੱਚੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਨਿਗਾਹ ਪੈ ਰਹੀ ਹੈ। ਭਾਵੇਂ ਆਰਾ ਚੱਲ ਰਿਹਾ ਹੈ, ਰੂਹ ਦੇ ਵਿੱਚ ਬਨ ਕੇ ਸਾੜੇ ਜਾ ਰਹੇ ਨੇ, ਪਰ ਨੇਤਰਾਂ ਦੇ ਨਾਲ ਤੱਕ ਰਹੇ ਨੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ਾਂ ਕਰ ਰਹੇ, ਰਹਿਮਤਾਂ ਕਰ ਰਹੇ। ਆਪਾਂ ਜਿੰਨੇ ਵੀ ਦਰਬਾਰ 'ਚ ਸਜੇ ਹਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸਿੰਘ ਸਾਹਿਬਾਨ ਤਾਬਿਆ ਸ਼ੁਭਾਏਮਾਨ ਨੇ। ਬਸ ਮਨ ਵਿੱਚ ਭਾਵਨਾ ਬਣਾਓ ਕਿ ਅੱਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਹਾਜ਼ਰ ਨਾਜ਼ਰ ਨੇ, ਹਰ ਪਲ ਹਾਜ਼ਰ ਨਾਜ਼ਰ ਹੁੰਦੇ ਨੇ। ਭਾਵਨਾ ਦੀ ਲੋੜ ਹੁੰਦੀ ਹੈ ਤੇ ਬਖਸ਼ਿਸ਼ ਜ਼ਰੂਰ ਹੋਵੇਗੀ। ਪਰ ਮਹਾਰਾਜ ਕਹਿੰਦੇ ਗੁਰ ਸ਼ਬਦ ਦੀ ਵਿਚਾਰ ਕਰਕੇ ਨਾ, ਗੁਰੂ ਦਰਬਾਰ ਵਿੱਚ ਆ ਕੇ ਗੁਰ ਸ਼ਬਦ ਦੀ ਕਮਾਈ ਕਰਕੇ ਆਪਣੇ ਧਾਰਮਿਕ ਜੀਵਨ ਨੂੰ, ਅਧਿਆਤਮਿਕ ਜੀਵਨ ਨੂੰ ਵੀ ਸੋਹਣਾ ਬਣਾਉਣਾ ਚਾਹੀਦਾ। ਬਾਹਰੋਂ ਤਨ ਨੂੰ ਸੋਹਣਾ ਬਣਾਉਣ ਵਾਸਤੇ ਇਸ਼ਨਾਨ ਕਰਦੇ ਹਾਂ, ਸੋਹਣੇ ਵਸਤਰ ਪਾਉਂਦੇ ਹਾਂ, ਇਤਰ ਵੀ ਲਗਾਉਂਦੇ ਹਾਂ, ਪਰ ਅੰਦਰਲੇ ਇਨਸਾਨ ਨੂੰ, ਅੰਦਰਲੀ ਆਤਮਾ ਨੂੰ ਸੋਹਣਾ ਬਣਾਉਣ ਦੇ ਲਈ ਕੋਈ ਯਤਨ ਨਹੀਂ ਕਰਦਾ। ਉਹ ਯਤਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਦੇ ਵਿੱਚ ਦੱਸਦੇ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਨੂੰ ਉਚਾਰਨ ਕਰਦੇ ਨੇ ਔਰ ਸਮਝਾਉਂਦੇ ਨੇ ਕਿ ਭਾਈ ਤੂੰ ਸੰਸਾਰ ਤੇ ਆਇਆ, ਪਰ ਸੰਸਾਰ ਵਿੱਚ ਉਲਝਣਾ। ਸੋ ਆਓ ਸਾਰੇ ਉਚਾਰਨ ਕਰਕੇ ਸ਼ਬਦ ਦੀ ਵਿਚਾਰ ਆਰੰਭ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਨੂੰ ਗੌੜੀ ਰਾਗ ਦੇ ਅੰਦਰ ਉਚਾਰਨ ਕਰਦੇ ਨੇ ਔਰ ਬਖਸ਼ਿਸ਼ ਕਰਦੇ ਹਨ। ਨਿਕਸ ਦੇ ਪੰਖੀ ਸਿਮਰ ਹਰ ਪਾਂਖ। ਧੰਨ ਧੰਨ ਸਤਿਗੁਰੂ
ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਨਸਾਨ ਨੂੰ ਪੰਛੀ ਦਾ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ। ਇਨਸਾਨ ਨੂੰ ਸਾਨੂੰ ਇੱਕ ਪੰਛੀ ਦੀ ਤਰ੍ਹਾਂ ਦਰਸਾਉਂਦੇ ਨੇ। ਕਹਿੰਦੇ ਜਿਸ ਤਰ੍ਹਾਂ ਕੋਈ ਪੰਛੀ ਹੁੰਦਾ ਨਾ ਖਾਲਸਾ ਜੀ, ਜੇ ਕਿਤੇ ਦਲਦਲ ਦੇ ਵਿੱਚ ਫਸਣ ਲੱਗੇ ਜਾਂ ਕਿਤੇ ਵੇਖਿਓ ਪੰਛੀ ਦੇ ਨਿੱਕੇ ਜਿਹੇ ਪੈਰਾਂ ਤੇ ਕਿਤੇ ਕੋਈ ਡੋਰ ਫਸ ਜਾਵੇ, ਰੱਸੀ ਫਸ ਜਾਵੇ ਪੈਰਾਂ ਦੇ ਵਿੱਚ, ਤੇ ਪੰਛੀ ਖੰਭ ਮਾਰ ਕੇ ਉੱਡਣ ਦੀ ਕੋਸ਼ਿਸ਼ ਕਰਦਾ, ਉਡਾਰੀ ਲਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਸ ਦਲਦਲ ਤੋਂ ਬਚ ਜਾਵਾਂ, ਇਸ ਡੋਰ ਤੋਂ, ਇਸ ਰੱਸੀ ਤੋਂ ਬਚ ਜਾਵਾਂ। ਦੂਸਰਾ, ਇੱਕ ਪੰਛੀ ਦਾ ਸੁਭਾਅ ਹੁੰਦਾ, ਪੰਛੀ ਬਹੁਤੀ ਦੇਰ ਕਿਤੇ ਟਿਕ ਕੇ ਨਹੀਂ ਬੈਠ ਸਕਦਾ। ਇੱਕ ਟਾਹਣੀ ਤੋਂ ਦੂਸਰੀ ਟਾਹਣੀ, ਤੀਸਰੀ ਟਾਹਣੀ, ਚੌਥੀ ਟਾਹਣੀ, ਰੁੱਖ ਬਦਲਦਾ ਰਹੇਗਾ, ਆਲਣੇ ਬਦਲਦਾ ਰਹੇਗਾ, ਇੱਕ ਜਗ੍ਹਾ ਤੇ ਨਹੀਂ ਟਿਕਦਾ, ਇੱਕ ਥਾਂ ਤੇ ਨਹੀਂ ਟਿਕਦਾ। ਜਿਹੜਾ ਸਾਡਾ ਮਨ ਹੈ ਇਹ ਵੀ ਪੰਛੀ ਦੇ ਵਰਗਾ ਹੀ ਹੋ ਜਾਂਦਾ ਹੈ, ਇਹ ਵੀ ਕਿਤੇ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ। ਇਸੇ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਰੋਜ਼ਾਨਾ ਨਿਤਨੇਮ ਵਿੱਚ ਸਮਝਾਉਂਦੇ ਨੇ ਕਿ ਭਾਈ ਆਪਣੇ ਮਨ ਨੂੰ ਸਮਝਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਜੇ ਤੂੰ ਹਰੀ ਦੇ ਨਾਲ ਰਹਿਣ ਲੱਗ ਪਵੇਂ ਤੇਰੇ ਦੁੱਖ ਆਪਣੇ ਆਪ ਦੂਰ ਹੋ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪੰਛੀ ਦੱਸਦੇ ਹੋਏ ਸਮਝਾਉਂਦੇ ਨੇ ਕਿ ਇਹ ਜੀਵ ਰੂਪੀ ਪੰਛੀ, ਤੂੰ ਵੀ ਆਪਣੇ ਸਵਾਸਾਂ ਦੇ ਖੰਭਾਂ ਨੂੰ ਹਿਲਾ ਕਰਕੇ, ਸਵਾਸਾਂ ਦੇ ਨਾਲ ਸਵਾਸ ਗਿਰਾਸ ਸਿਮਰਨ ਕਰਕੇ ਇਹ ਸੰਸਾਰ ਦੀ ਮੋਹ ਮਮਤਾ ਤੋਂ ਨਿਕਲਣ ਦਾ ਯਤਨ ਕਰ, ਕਿਉਂਕਿ ਤੂੰ ਸੰਸਾਰ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ ਹੈ ਔਰ ਸੰਸਾਰ ਦੀ ਦਲਦਲ ਦੇ ਵਿੱਚ ਤੇਰਾ ਜੀਵਨ ਗਲਕਤ ਹੋ ਰਿਹਾ, ਪਰ ਤੈਨੂੰ ਇਸ ਦਲਦਲ ਤੋਂ ਨਿਕਲਣਾ ਪਵੇਗਾ, ਇਸ ਦਲਦਲ ਦੀ ਉਲਝਣ ਦੇ ਵਿੱਚੋਂ ਬਾਹਰ ਆਉਣਾ ਪਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਹੜੇ ਖੰਭ ਹਿਲਾਈਏ, ਕਿਸ ਤਰ੍ਹਾਂ ਦਲਦਲ ਤੋਂ ਬਚੀਏ, ਕਿਸ ਤਰ੍ਹਾਂ ਫਾਹੀ ਤੋਂ ਮੁਕਤ ਹੋਈਏ। ਕੋਈ ਹੀਲਾ ਨਹੀਂ ਆਉਂਦਾ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵੀਸਰਿਆ। ਪਾਤਸ਼ਾਹ ਮੇਰੇ ਪੱਲੇ ਗਿਆਨ ਕੋਈ ਨਹੀਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਮੈਂ ਤੇਰੀ ਸ਼ਰਣੀ ਆਇਆ, ਤੂੰ ਮੇਰੀ ਲਾਜ ਰੱਖ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਝਾਉਂਦੇ ਨੇ ਅਗਲੀ ਪੰਕਤੀ ਦੇ ਵਿੱਚ ਕਿ ਭਾਈ ਤੈਨੂੰ ਉਦਮ ਕਰਨਾ ਪਵੇਗਾ, ਇੱਕ ਉਪਰਾਲਾ ਕਰਨਾ ਪਵੇਗਾ ਕਿ ਮਿਲ ਸਾਧੂ ਸਰਣ ਗਹੁ ਪੂਰਨ, ਰਾਮ ਰਤਨ ਹੀਏ ਰੇ ਸੰਗ ਰਾਖ। ਸਤਿਗੁਰੂ ਕਹਿੰਦੇ ਇੱਕ ਸਾਧੂ ਦੀ ਸੰਗਤ ਦੇ ਨਾਲ, ਇੱਕ ਸਤਿਪੁਰਸ਼ ਦੀ ਸੰਗਤ ਦੇ ਨਾਲ, ਇੱਕ ਗੁਰਮੁਖ ਦੀ ਸੰਗਤ ਦੇ ਨਾਲ, ਉਹਦੀ ਸ਼ਰਨ ਦੇ ਵਿੱਚ ਰਹਿ ਕਰਕੇ, ਇੱਕ ਗੁਰਸਿੱਖ ਦੀ ਸੰਗਤ ਦੇ ਵਿੱਚ ਰਹਿ ਕਰਕੇ, ਜੋ ਪਰਮਾਤਮਾ ਦੇ ਨਾਮ ਦਾ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ। ਇਹ ਜਿਹੜਾ ਰਤਨ ਹੈ ਗੁਰ ਸ਼ਬਦ ਦਾ, ਇਹਨੂੰ ਹਿਰਦੇ ਵਿੱਚ ਵਸਾਉਣਾ ਪਵੇਗਾ। ਮੈਂ ਬੇਨਤੀ ਕਰਾਂ ਕਿ ਸਾਧੂ ਉਸ ਨੂੰ ਕਿਹਾ ਜਾਂਦਾ ਜਿਹਨੇ ਆਪਣੇ ਮਨ ਨੂੰ ਸਾਧਿਆ ਹੋਵੇ, ਜਿਹਨੇ ਮਨ ਦੀਆਂ ਇੰਦਰੀਆਂ ਨੂੰ ਰੋਕਿਆ ਹੋਵੇ, ਜਿਹੜਾ ਮਨ ਦੇ ਫੁਰਨਿਆਂ ਤੇ ਕਾਬੂ ਪਾ ਸਕੇ, ਜਿਹੜਾ ਰੋਜ਼ਾਨਾ ਗੁਰੂ ਕੀ ਸੇਵਾ ਦੇ ਵਿੱਚ ਜਾ ਕੇ ਆਪਣੇ ਮਨ ਨੂੰ ਸਾਧਦਾ, ਉਹੀ ਸਾਧੂ ਹੈ। ਕੇਵਲ ਬਾਹਰੀ ਲਿਬਾਸ ਦਾ ਨਾਮ ਸਾਧੂ ਨਹੀਂ ਹੁੰਦਾ। ਜਿਹੜਾ ਸਾਧੂ ਹੁੰਦਾ ਉਹਨੂੰ ਵਿਖਾਵੇ ਦੀ ਲੋੜ ਨਹੀਂ, ਸਾਧੂ ਨੂੰ ਬਾਹਰੀ ਪ੍ਰਭਾਵ ਪਾਉਣ ਦੀ ਲੋੜ ਨਹੀਂ। ਸਾਧੂ ਜੰਗਲ ਵਿੱਚ ਵੀ ਬੈਠ ਜਾਵੇ ਤੇ ਸਾਧੂ ਦੀ ਜਪ ਤਪ ਸਦਕਾ, ਕਮਾਈ ਸਦਕਾ ਸੰਗਤਾਂ ਗੁਰੂ ਕੇ ਸਿੱਖ ਉੱਥੇ ਵੀ ਪਹੁੰਚਦੇ ਆ। ਦੂਸਰਾ, ਸਾਧੂ ਭਾਵੇਂ ਆਪਣੇ ਦਫ਼ਤਰ ਵਿੱਚ ਕੰਮ ਵੀ ਕਰਦਾ ਹੋਵੇ, ਕੰਮ ਵਿਕਾਰ ਵੀ ਕਰਦਾ ਹੋਵੇ, ਕਿਉਂਕਿ ਕਈ ਵਾਰ ਸਾਡੇ ਮਨ ਵਿੱਚ ਆਉਂਦਾ ਹੈ ਕਿ ਸਾਧੂ ਤੇ ਕੇਵਲ ਘਰ-ਬਾਰ ਛੱਡ ਕੇ ਬਣਿਆ ਜਾਂਦਾ ਹੈ, ਸਾਧੂ ਕੇਵਲ ਗ੍ਰਸਥ ਤਿਆਗ ਕੇ ਬਣਿਆ ਜਾਂਦਾ ਹੈ। ਪਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਜਿਹੜੇ ਸਾਧੂ ਨੇ, ਵਿਲੱਖਣ ਸਾਧੂ ਨੇ। ਗੁਰੂ ਨਾਨਕ ਸਾਹਿਬ ਦੇ ਘਰ ਦੇ ਜਿਹੜੇ ਸਾਧ ਨੇ, ਇਹ ਨਾਮ ਜਪੋ, ਵੰਡ ਛਕੋ, ਹੱਥੀ ਕਿਰਤ ਕਰੋ ਦਾ ਹੋਕਾ ਦਿੰਦੇ ਨੇ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਹੀ ਸਾਧੂ ਪ੍ਰਵਾਨ ਹੈ
ਜਿਹੜਾ ਹੱਥਾਂ ਦੇ ਨਾਲ ਆਪਣੇ ਘਰ ਦੇ ਕੰਮ ਵੀ ਕਰਦਾ ਹੈ, ਸਰੀਰ ਦੇ ਨਾਲ ਆਪਣੇ ਸੰਸਾਰਿਕ ਫਰਜ਼ ਵੀ ਨਿਭਾਉਂਦਾ ਹੈ ਤੇ ਹਿਰਦੇ ਦੇ ਨਾਲ ਨਾਮ ਵੀ ਜਪਦਾ ਹੈ। ਭਾਵ ਦਫ਼ਤਰ ਤੇ ਜਾ ਰਿਹਾ, ਕੰਮਕਾਰ ਕਰ ਰਿਹਾ, ਦੁਕਾਨ ਤੇ ਬੈਠਿਆ, ਤਾਂ ਵੀ ਖਾਲਸਾ ਜੀ ਇਹ ਨਾਮ ਜਪਦਾ ਰਵੇ, ਹਿਰਦੇ ਵਿੱਚ ਸਿਮਰਨ ਕਰਦਾ ਰਵੇ, ਉਹ ਸਾਧੂ ਹੈ। ਸਤਿਗੁਰੂ ਕਹਿੰਦੇ ਐਸੇ ਸਾਧੂ, ਐਸੇ ਸਤਿਪੁਰਸ਼ ਦੀ ਸੰਗਤ ਦੇ ਵਿੱਚ ਜਾ ਕਰਕੇ ਪਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ। ਕਿਉਂਕਿ ਸਤਿਗੁਰੂ ਕਹਿੰਦੇ ਸੰਸਾਰ ਬੜਾ ਭਿਆਨਕ ਹੈ, ਸੰਸਾਰ ਦੇ ਵਿੱਚ ਉਲਝਣਾਂ ਬੜੀਆਂ ਨੇ। ਜੇ ਇਨਸਾਨ ਪਰਮਾਤਮਾ ਦੇ ਨਾਮ ਨੂੰ ਗਲਵੱਕੜੀ ਨਾ ਪਾਵੇ ਤਾਂ ਇਹ ਸੰਸਾਰ ਵਿੱਚ ਉਲਝ ਜਾਵੇਗਾ, ਦਲਦਲ ਵਿੱਚ ਧੱਸ ਜਾਵੇਗਾ। ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ, ਰਹਾਉ ਭ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਨਾ ਇੱਕ ਖੂਹ ਬੜਾ ਭਿਆਨਕ ਹੈ। ਕਹਿੰਦੇ ਉਹ ਖੂਹ ਹੈ ਸੰਸਾਰ ਦੇ ਭਰਮ ਦਾ। ਭਰਮ ਇਨਸਾਨ ਨੂੰ ਪੈ ਜਾਂਦਾ ਕਿ ਦੁਨੀਆ ਮੇਰਾ ਸਦਾ ਲਈ ਰਹਿਣ ਲਈ ਮੁਕਾਮ ਹੈ, ਟਿਕਾਣਾ ਹੈ। ਪਰ ਮਹਾਰਾਜ ਕਹਿੰਦੇ ਦੁਨੀਆ ਮੁਕਾਮੇ ਫਾਨੀ, ਦੁਨੀਆ ਟਿਕਾਣਾ ਨਹੀਂ, ਇੱਥੇ ਸਦਾ ਲਈ ਨਹੀਂ ਰਹਿਣਾ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ, ਦੁਨੀਆ ਤੇ ਸਦਾ ਨਹੀਂ ਰਹਿਣਾ। ਇਸ ਕਰਕੇ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋਂ ਕੇ ਪਿਆਰ, ਤੈਨੂੰ ਬੰਦਗੀ ਕਰਨੀ ਪਵੇਗੀ। ਕਹਿੰਦੇ ਬੰਦਾ ਇਸ ਭਰਮ ਦੇ ਖੂਹ ਦੇ ਵਿੱਚ ਚਲਿਆ ਜਾਂਦਾ ਹੈ। ਭ੍ਰਮ ਕੀ ਕੁਈ ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ। ਔਰ ਕਹਿੰਦੇ ਇਸ ਖੂਹ ਦੇ ਵਿੱਚ ਖਾਲਸਾ ਜੀ ਸਭ ਤੋਂ ਜੋ ਤਿੱਖਾ ਹੈ, ਜੋ ਤੀਖਣ ਹੈ, ਉਹ ਹੈ ਮੋਹ ਦੀ ਫਾਸ, ਮੋਹ ਦੀ ਫਾਹੀ, ਸੰਸਾਰਕ ਮੋਹ ਮਮਤਾ ਦੀ ਫਾਹੀ। ਮੋਹ ਮਮਤਾ ਭਾਵੇਂ ਸੰਸਾਰਕ ਅਹੁਦੇ ਨਾਲ ਹੋਵੇ, ਸੰਸਾਰਕ ਰਿਸ਼ਤੇ ਨਾਲ ਹੋਵੇ, ਸੰਸਾਰਕ ਪਦਾਰਥ ਨਾਲ ਹੋਵੇ, ਮੋਹ ਮਮਤਾ ਕਿਸੇ ਵੀ ਰੂਪ ਦੇ ਵਿੱਚ ਆ ਕੇ ਇਸ ਇਨਸਾਨ ਨੂੰ ਗਲਵੱਕੜੀ ਪਾ ਸਕਦੀ ਹੈ। ਪਰ ਸਤਿਗੁਰੂ ਕਹਿੰਦੇ ਜੇ ਇਸ ਭਰਮ ਦੇ ਖੂਹ ਤੋਂ ਬਚਣਾ ਹੈ, ਸੰਸਾਰ ਦੀ ਮੋਹ ਮਮਤਾ ਤੋਂ ਬਚਣਾ ਹੈ, ਸੰਸਾਰ ਦੀ ਉਲਝਣ ਤੋਂ ਬਚਣਾ ਹੈ, ਤਾਂ ਇੱਕ ਗੱਲ ਚੇਤੇ ਰੱਖ ਕਿ ਕਾਟਨ ਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾਕੇ ਕਰੋ ਨਿਵਾਸ। ਦੁਨੀਆ ਦੇ ਵਿੱਚ ਜੇ ਕੋਈ ਮੋਹ ਦੀਆਂ ਬੇੜੀਆਂ ਕੱਟ ਸਕਦਾ ਹੈ, ਮੋਹ ਦੀ ਫਾਹੀ ਕੱਟ ਸਕਦਾ ਹੈ, ਜੇ ਦੁਨੀਆ ਦੇ ਵਿੱਚ ਕੋਈ ਭਰਮ ਦੇ ਖੂਹ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ, ਦੁੱਖਾਂ ਤੋਂ ਬਚਾ ਸਕਦਾ ਹੈ, ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬਚਾ ਸਕਦਾ। ਹੋਰ ਕੋਈ ਦੁੱਖ ਨਹੀਂ ਕੱਟ ਸਕਦਾ। ਕਾਟਨ ਹਾਰ ਜਗਤ ਗੁਰੂ ਗੋਬਿੰਦ, ਚਰਨ ਕਮਲ ਤਾਕੇ ਕਰੋ ਨਿਵਾਸ। ਕੇਵਲ ਤੇ ਕੇਵਲ ਗੁਰੂ ਹੈ, ਪਰਮਾਤਮਾ ਹੈ ਜਿਹੜਾ ਦੁੱਖ ਕੱਟ ਸਕਦਾ ਹੈ। ਖਾਲਸਾ ਜੀ, ਮੈਂ ਆਪ ਜੀ ਨੂੰ ਇਤਿਹਾਸ ਦੇ ਵਿੱਚੋਂ ਇੱਕ ਝਲਕ ਆਪ ਜੀ ਦੇ ਸਾਹਮਣੇ ਬੇਨਤੀ ਕਰਾਂ ਕਿ ਵੇਖੋ ਗੁਰੂ ਦੇ ਤੇ ਬਚਨ ਵੀ ਸਦੀਆਂ ਤਾਈਂ ਇਨਸਾਨਾਂ ਦੇ ਦੁੱਖ ਕੱਟਦੇ ਨੇ। ਜੋ ਬਚਨ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਕੀਤਾ ਹੁੰਦਾ ਹੈ, ਜੇ ਗੁਰੂ ਕਾ ਸਿੱਖ ਉਹ ਬਚਨ ਕਮਾ ਲਵੇ ਤੇ ਗੁਰੂ ਸਾਹਿਬ ਦੇ ਬਚਨ ਅੱਜ ਵੀ ਦੁੱਖ ਕੱਟ ਦਿੰਦੇ ਨੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਦੂਰ ਹੁੰਦੇ ਨੇ। ਤੇ ਦੁੱਖ ਦੂਰ ਹੁੰਦੇ ਜ਼ਰੂਰ ਨੇ, ਪਰ ਵੇਖਣ ਦੀ ਜਾਚ ਆਉਣੀ ਚਾਹੀਦੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਰਿਆ ਦੇ ਡੁੱਬਦੇ ਬੇੜੇ ਵਿੱਚ ਵੀ ਸਹਾਈ ਹੁੰਦੇ ਨੇ, ਪਰ ਗੁਰੂ ਤੇਗ ਬਹਾਦਰ ਨੂੰ ਚੇਤੇ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਕੀਤਿਆਂ ਸੰਸਾਰ ਦੇ ਖਜ਼ਾਨੇ ਧਾਵਾ ਬੋਲ ਕੇ ਜ਼ਰੂਰ ਆਉਂਦੇ ਨੇ, ਪਰ ਗੁਰੂ ਦੇ ਬਚਨ ਨੂੰ ਕਮਾਉਣਾ ਪੈਂਦਾ, ਗੁਰੂ ਨੂੰ ਚੇਤੇ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੋਂ ਝਬਾਲ ਦੀ ਰਸਤੇ ਹੁੰਦੇ ਹੋਏ ਇੱਕ ਜੰਗਲ ਦੇ ਵਿੱਚ ਪਹੁੰਚੇ।
ਔਰ ਉਸ ਜੰਗਲ ਦੇ ਵਿੱਚ, ਉਸ ਬਨ ਦੇ ਵਿੱਚ ਬੇਰੀਆਂ ਬਹੁਤ ਲੱਗੀਆਂ ਸਨ। ਕਹਿੰਦੇ ਇੱਕ ਬੇਰੀ ਦੇ ਬਿਲਕੁਲ ਨਾਲ ਇੱਕ ਨਿੱਕੀ ਜਿਹੀ ਝਾਬ ਸੀ, ਭਾਵ ਕਿ ਜਲ ਬਹੁਤ ਕਤਰਤ ਸੀ, ਜਿਹਨੂੰ ਆਪਾਂ ਸਰੋਵਰ ਵੀ ਕਹਿ ਸਕਦੇ ਹਾਂ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਬੇਰੀ ਦੇ ਹੇਠਾਂ, ਬੇਰੀ ਦੀ ਛਾਵੇਂ ਬੈਠ ਗਏ। ਹੁਣ ਭਾਈ ਮਰਦਾਨਾ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨੇ। ਹੁਣ ਜਦੋਂ ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੇ ਨਾਲ ਕਰਤਾਰ ਦੀਆਂ ਸਿਫਤਾਂ ਕਰਦੇ ਨੇ, ਖੁਦਾ ਦੀਆਂ ਸਿਫਤਾਂ ਕਰਦੇ ਨੇ, ਰੱਬ ਦੇ ਗੀਤ ਗਾਉਂਦੇ ਨੇ। ਕਹਿੰਦੇ ਉਸ ਵਕਤ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਵਜਾਈ ਵੇ ਮਰਦਾਨਿਆ ਮੇਰੇ ਅਕਾਲ ਦੀ ਰਬਾਬ, ਆ ਬਹਿ ਕੇ ਕਰੀਏ ਮੁਕੰਮਲ ਮੇਰੇ ਸਾਹਿਬ ਦਾ ਸੁੱਚਾ ਖਵਾਬ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ। ਗੁਰੂ ਨਾਨਕ ਸਾਹਿਬ ਨੇ ਇੱਕ ਓੰਕਾਰ ਦਾ ਹੋਕਾ ਦਿੱਤਾ, ਓੰਕਾਰ ਦੀ ਧੁਨੀ ਵਿੱਚ ਸੁਰਤ ਜੋੜੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇਤਰ ਬੰਦ ਕਰਨ ਤੋਂ ਬਾਅਦ ਜਦ ਨੇਤਰ ਖੋਲ੍ਹਦੇ, ਨੇਤਰਾਂ ਦੇ ਵਿੱਚ ਅੰਮ੍ਰਿਤ ਭਰਿਆ, ਅੰਮ੍ਰਿਤ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਨਾ ਆਪਣੇ ਨੇਤਰਾਂ ਦੇ ਨਾਲ ਉਸ ਬੇਰੀ ਵੱਲ ਤੱਕਿਆ, ਜਿਸ ਬੇਰੀ ਦੀ ਛਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸਜੇ ਸਨ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੇਰੀ ਦੇ ਬਿਲਕੁਲ ਨਾਲ ਉਸ ਝਾਬ ਵੱਲ ਤੱਕਿਆ ਜਿਸ ਵਿੱਚ ਜਲ ਸੀ। ਗੁਰੂ ਨਾਨਕ ਸਾਹਿਬ ਨੇ ਉਸ ਜਲ ਨੂੰ ਤੱਕਿਆ। ਉਸ ਤੋਂ ਬਾਅਦ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਇੱਥੇ ਇੱਕ ਸਥਾਨ ਪ੍ਰਗਟ ਹੋਵੇਗਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਅਸਥਾਨ ਤੇ ਜ਼ਰੂਰ ਕੋਈ ਬਣਾਉਣਾ ਚਾਹੀਦਾ ਹੈ। ਅਸਾਂ ਬੜਾ ਲੰਮਾ ਸਫ਼ਰ ਤੈਅ ਕੀਤਾ ਹੈ, ਇਤਨੀਆਂ ਉਦਾਸੀਆਂ ਕੀਤੀਆਂ ਨੇ, ਦੂਰ ਦਰਾਡਿਆਂ ਤੱਕ, ਦੇਸ਼ਾਂ ਤੱਕ ਜਾ ਕਰਕੇ ਸੰਗਤਾਂ ਨੂੰ ਨਾਮ ਦਾ ਹੋਕਾ ਦਿੱਤਾ ਹੈ। ਆਪ ਜੀ ਨੇ ਸੰਗਤਾਂ ਨੂੰ ਤਾਰਿਆ। ਹੁਣ ਆਪ ਜੀ ਨੂੰ ਕੋਈ ਸਥਾਨ ਬਣਾਉਣਾ ਚਾਹੀਦਾ ਜਿੱਥੇ ਸੰਗਤਾਂ ਆਉਣ, ਸੰਗਤਾਂ ਦੀਆਂ ਰੌਣਕਾਂ ਲੱਗਣ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆਂ ਨਹੀਂ, ਹਜੇ ਅਸਥਾਨ ਪ੍ਰਗਟ ਹੋਣ ਨੂੰ ਸਮਾਂ ਹੈ। ਅਸਥਾਨ ਪ੍ਰਗਟ ਕਰਨ ਵਾਸਤੇ ਵੀ ਰੱਬ ਖੁਦ ਸੰਸਾਰ ਦੇ ਤਖਤੇ ਤੇ ਆਵੇਗਾ ਤੇ ਸਥਾਨ ਪ੍ਰਗਟ ਹੋਵੇਗਾ। ਮਰਦਾਨਿਆਂ ਉਹ ਸਥਾਨ ਪ੍ਰਗਟ ਹੋਣਾ ਜਿਹੋ ਜਿਹਾ ਅਸਥਾਨ ਨਾ ਤਾਂ ਪਹਿਲਾਂ ਕੋਈ ਸੀ ਤੇ ਨਾ ਆਉਣ ਵਾਲੇ ਸਮੇਂ ਵਿੱਚ ਕੋਈ ਹੋਵੇਗਾ। ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦਹੋ ਪੁਰਖ ਵਿਧਾਤੇ ਤਾ ਤੂੰ ਸੋਹਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇੱਥੇ ਬੜਾ ਵੱਡਾ ਸਰੋਵਰ ਪ੍ਰਗਟ ਹੋਵੇਗਾ। ਮਰਦਾਨਿਆਂ ਪਰਮਾਤਮਾ ਦੀ ਬਖਸ਼ਿਸ਼ ਸਦਕਾ, ਅਕਾਲ ਪੁਰਖ ਦੀ ਰਹਿਮਤ ਸਦਕਾ, ਜਿਹੜਾ ਵੀ ਇਸ ਬੇਰੀ ਦੇ ਹੇਠਾਂ ਆ ਕਰਕੇ ਉਸ ਸਰੋਵਰ ਵਿੱਚ ਇਸ਼ਨਾਨ ਕਰੇਗਾ, ਇਹ ਬੇਰੀ ਉਹਦੇ ਜਨਮਾਂ ਜਨਮਾਂ ਦੇ ਦੁੱਖ ਭੰਨ ਦਿਆ ਕਰੇਗੀ, ਜਿਸ ਨੂੰ ਆਪਾਂ ਅੱਜ ਦੁੱਖ ਭੰਜਨੀ ਬੇਰੀ ਕਹਿੰਦੇ ਹਾਂ। ਪਿਆਰ ਵਾਲਿਓ, ਉਦੋਂ ਹਲੇ ਹਰਿਮੰਦਰ ਸਾਹਿਬ ਪ੍ਰਗਟ ਨਹੀਂ, ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਾਵਨ ਸਰੋਵਰ ਪ੍ਰਗਟ ਨਹੀਂ, ਕੇਵਲ ਬੇਰੀਆਂ ਨੇ। ਬੇਰੀ ਦੇ ਨਾਲ ਨਿੱਕੀ ਜਿਹੀ ਇੱਕ ਪਾਣੀ ਵਾਲੀ ਝਾਵ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਕਿ ਇੱਥੇ ਸਰੋਵਰ ਪ੍ਰਗਟ ਹੋਵੇਗਾ। ਬੇਰੀ ਹੇਠਾਂ ਜਿਹੜਾ ਵੀ ਇਸ਼ਨਾਨ ਕਰੇਗਾ ਉਹਦੇ ਜਨਮਾਂ ਜਨਮਾਂ ਦੇ ਦੁੱਖ ਬੇਰੀ ਭੰਨਿਆ ਕਰੂਗੀ। ਤਾਂ ਹੀ ਆਪਾਂ ਦੁੱਖ ਭੰਜਨੀ ਬੇਰੀ ਸਭ ਕਹਿੰਦੇ। ਇਹ ਗੁਰੂ ਦੀ ਕਰਾਮਾਤ ਹੈ। ਪਰ ਮੈਂ ਮਾਫੀ ਚਾਹੁੰਦਾ ਕਿ ਅੱਜ ਭਾਵੇਂ ਕਲਯੁਗ ਦੇ ਵਿੱਚ ਸ਼ੰਕਾਵਾਦੀ ਜ਼ਮਾਨਾ ਬੜਾ ਹੈ। ਕਹਿੰਦੇ ਜੀ ਬੇਰੀਆਂ ਦਾ ਕੀ ਇਤਿਹਾਸ, ਸਰੋਵਰ ਦਾ ਕੀ ਇਤਿਹਾਸ। ਇੱਕ ਵਿਦਵਾਨ ਨੇ ਨਾ ਬੜਾ ਚੰਗਾ ਆਪਣਾ ਇੱਕ ਅਨੁਭਵ ਸਾਂਝਾ ਕੀਤਾ। ਕਹਿੰਦੇ ਵੇਖੋ, ਦੁਨੀਆ ਦੇ ਵਿੱਚ ਨਾ ਜਦ ਦੂਸਰੇ ਧਰਮਾਂ ਦੇ ਪੈਰੋਕਾਰਾਂ ਨੂੰ ਵੇਖਦੇ ਹਾਂ ਤੇ ਕਹਿੰਦੇ ਹਰ ਇੱਕ ਵਿਅਕਤੀ ਇਹ ਗੱਲ ਕਹਿੰਦਾ ਕਿ ਮੇਰੇ ਪੀਰ ਕੋਲ, ਮੇਰੇ ਫਕੀਰ ਕੋਲ ਆਓ, ਜੋ ਮੰਗੋਗੇ ਮਿਲ ਜਾਵੇਗਾ। ਅੱਜ ਆਪਾਂ ਟੀਵੀ ਚੈਨਲ ਖੋਲ੍ਹ ਲਈਏ ਨਾ ਤੇ ਉਸ ਟੀਵੀ ਚੈਨਲ ਦੇ ਉੱਤੇ ਵੀ ਕੋਈ ਨਾ ਕੋਈ ਆਪਣਾ ਆਪਣਾ ਡੰਬ, ਆਪਣਾ ਆਪਣਾ ਪਖੰਡ ਜ਼ਰੂਰ ਰਚ ਰਿਹਾ ਹੁੰਦਾ ਹੈ। ਕੋਈ ਨਾ ਕੋਈ ਆਪੋ ਆਪਣੇ ਭਰਮ ਜਾਲ ਦੇ ਵਿੱਚ ਕਿਸੇ ਨਾ ਕਿਸੇ ਨੂੰ ਜ਼ਰੂਰ ਫਸਾ ਰਿਹਾ ਹੁੰਦਾ ਹੈ। ਮਿਲਣਾ ਕੁਝ ਨਹੀਂ ਗੁਰੂ ਤੋਂ ਬਿਨਾਂ, ਕੇਵਲ ਤੇ ਕੇਵਲ ਭਟਕਣਾ ਹੈ। ਪਰ ਫਿਰ ਵੀ ਦਾਅਵਾ ਕਰਦੇ ਨੇ ਸਭ ਕੁਝ ਮਿਲੇਗਾ। ਪਰ ਵੇਖੋ ਅੱਜ ਕੱਲ੍ਹ ਦੇ ਪ੍ਰਚਾਰਕਾਂ ਦਾ ਕਿਸਮਤ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰ ਬਾਰੇ ਜੇ ਕੋਈ ਸੋਚ ਵੀ ਲਵੇ ਨਾ
ਮੈਂ ਬੇਨਤੀ ਕਰਾਂ, ਜੇ ਕੋਈ ਘਰੋਂ ਸੋਚ ਵੀ ਲਵੇ ਕਿ ਮੈਂ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਅਰਦਾਸ ਕਰਾਂਗਾ ਤੇ ਮੇਰੀ ਅਰਦਾਸ ਪੂਰੀ ਹੋਵੇਗੀ, ਤੁਸੀਂ ਘਰੋਂ ਤੁਰਨ ਤੋਂ ਪਹਿਲਾਂ ਸੋਚ ਲਓ, ਤੁਹਾਡੇ ਇੱਥੇ ਪਹੁੰਚਣ ਤੋਂ ਪਹਿਲਾਂ ਅਰਦਾਸ ਪੂਰੀ ਮਹਾਰਾਜ ਕਰ ਦੇਣਗੇ। ਖਾਲਸਾ ਜੀ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਮੈਂ ਬੇਨਤੀ ਕਰਾਂ, ਇੱਥੇ ਤੇ ਸਭ ਕੁਝ ਮਿਲਦਾ, ਫਿਰ ਵੀ ਕਹਿੰਦੇ ਆ ਗੁਰੂ ਕੁਝ ਨਹੀਂ ਦਿੰਦਾ। ਗੁਰੂ ਕੇਵਲ ਤੇ ਕੇਵਲ ਜੀਵਨ ਜਾਚ ਸਿਖਾਉਂਦਾ ਨਹੀਂ। ਜਿਹੜਾ ਵੀ ਗੁਰੂ ਦੇ ਦਰ ਤੇ ਝੁਕ ਜਾਂਦਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਾਟਨਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ। ਬਾਬਾ ਨਾਨਕ ਜੀ ਨੇ ਸਦੀਆਂ ਪਹਿਲਾਂ ਹੋਕਾ ਦਿੱਤਾ। ਅੱਜ ਵੀ ਕੋਈ ਗੁਰੂ ਰਾਮਦਾਸ ਦੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰੇ, ਉਹਦੇ ਦੁੱਖ ਕੱਟੇ ਜਾਂਦੇ ਨੇ। ਜੇ ਪਿਆਰ ਵਾਲਿਓ, ਇਸ ਪਾਵਨ ਪਵਿੱਤਰ ਧਰਤੀ ਤੇ ਭਾਵੇਂ ਕਿ ਇਸ ਧਰਤੀ ਦੇ ਉੱਤੇ ਜ਼ੁਲਮ ਹੋਇਆ, ਤਸੀਹੇ ਦਿੱਤੇ ਗਏ, ਪਰ ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਤਨ ਦਾ ਪਾਵਨ ਪਵਿੱਤਰ ਲਹੂ ਇਸ ਧਰਤੀ ਤੇ ਡੁੱਲਿਆ, ਸੱਚ ਹੈ ਇਸ ਧਰਤੀ ਦੇ ਸਾਰੇ ਪਾਪ ਗੁਰੂ ਤੇਗ ਬਹਾਦਰ ਜੀ ਦੇ ਲਹੂ ਨੇ ਧੋ ਦਿੱਤੇ। ਇਸੇ ਕਰਕੇ ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ ਦੀ ਧੂੜੀ ਦੇ ਵਿੱਚ ਵੀ ਇਹ ਤਾਕਤ ਹੈ, ਇਹ ਬਰਕਤ ਹੈ। ਕੋਈ ਬਾਹਰੋਂ ਗੁਰੂਦੁਆਰਾ ਸੀਸਗੰਜ ਸਾਹਿਬ ਦੀ ਦਹਲੀਜ਼ ਤੋਂ, ਡਿਉੜੀ ਤੋਂ ਧੂੜੀ ਚੁੱਕ ਕੇ ਮੱਥੇ ਨਾਲ ਲਾ ਲਵੇ, ਮਹਾਰਾਜ ਉਹਦੇ ਮੱਥੇ ਦੇ ਕਰਮ ਬਦਲ ਦਿੰਦੇ ਨੇ, ਸਾਰੇ ਦੁੱਖ ਕੱਟ ਦਿੰਦੇ ਨੇ। ਪਰ ਭਰੋਸਾ ਹੋਣਾ ਚਾਹੀਦਾ ਹੈ, ਭਾਵਨਾ ਹੋਣੀ ਚਾਹੀਦੀ ਹੈ। ਦੂਸਰੀ ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਦੁੱਖ ਕੱਟਦਾ ਹੈ, ਗੁਰੂ ਸੰਸਾਰ ਦੀ ਉਲਝਣਾ ਤੋਂ ਬਚਾਉਂਦਾ ਹੈ, ਪਰ ਸਾਡਾ ਭਰੋਸਾ ਹੋਣਾ ਚਾਹੀਦਾ। ਪਹਿਲੀ ਬੇਨਤੀ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚੋਂ ਕੀਤੀ ਕਿ ਮਹਾਰਾਜ ਦੇ ਬਚਨ ਸਦੀਆਂ ਤਾਈਂ ਦੁੱਖ ਕੱਟਦੇ ਨੇ, ਕੇਵਲ ਇੱਕ ਪੀਰੀਅਡ ਵਾਸਤੇ ਨਹੀਂ, ਇੱਕ ਟਾਈਮ ਲਿਮਟ ਨਹੀਂ ਹੁੰਦੀ ਗੁਰੂ ਦੀ, ਕਿਉਂਕਿ ਗੁਰੂ ਕਾਲ ਦੇ ਅਧੀਨ ਨਹੀਂ ਹੁੰਦਾ। ਦੂਸਰੀ ਮੈਂ ਬੇਨਤੀ ਕਰਾਂ ਕਿ ਵੇਖੋ, ਜੇ ਭਰੋਸਾ ਹੋਵੇ ਨਾ ਖਾਲਸਾ ਜੀ, ਤੇ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਅਰਦਾਸ ਕਰੇ, ਤੇ ਸੱਚ ਹੈ ਮਹਾਰਾਜ ਆਪਣੇ ਸਿੱਖ ਦੇ ਘਰ ਵਿੱਚ ਜਾ ਕੇ ਵੀ ਉਹਦੇ ਦੁੱਖ ਕੱਟ ਦਿੰਦੇ ਨੇ। ਕਸ਼ਮੀਰ ਦੀ ਧਰਤੀ ਦੇ ਉੱਤੇ ਬੈਠੀ ਇੱਕ ਮਾਈ, ਬਜ਼ੁਰਗ ਮਾਤਾ, ਮਾਈ ਭਾਗ ਭਰੀ, ਉਹ ਅਰਦਾਸ ਕਰਦੀ ਸੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੈ ਕੋਏ। ਕਿ ਸੰਸਾਰ 'ਚ ਬੜੇ ਮਿੱਤਰ ਬਣਾਏ, ਬੜੇ ਰਿਸ਼ਤੇ ਬਣਾਏ, ਸੱਚ ਹੈ ਰਿਸ਼ਤਿਆਂ ਦਾ, ਮਿੱਤਰਾਂ ਦਾ, ਸੰਬੰਧਾਂ ਦਾ ਉਦੋਂ ਪਤਾ ਲੱਗਦਾ ਜਦੋਂ ਮਾੜਾ ਸਮਾਂ ਆ ਜਾਵੇ, ਉਦੋਂ ਫਿਰ ਗੁਰੂ ਚੇਤੇ ਆਉਂਦਾ। ਮੈਂ ਤੇ ਇਹ ਬੇਨਤੀ ਕਰਦਾ ਕਿ ਜਦੋਂ ਸਾਰੇ ਬੂਹੇ ਬੰਦ ਹੋ ਜਾਣ, ਗੁਰੂ ਦਾ ਬੂਹਾ ਹੀ ਉਦੋਂ ਨਜ਼ਰ ਆਉਂਦਾ, ਕਿਉਂਕਿ ਉਦੋਂ ਭਰੋਸਾ ਹੁੰਦਾ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੋ ਸੌਂਪਿਆ ਜਾ ਤੇਰਾ ਬੰਦਾ। ਪਿਆਰਿਓ, ਉਹ ਬਜ਼ੁਰਗ ਮਾਤਾ ਕਸ਼ਮੀਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੀ, ਪਾਤਸ਼ਾਹ ਮੇਰਾ ਸਰੀਰਕ ਦੁੱਖ ਕੱਟੋ। ਤਨ ਕਰਕੇ ਰੋਗੀ ਸੀ, ਕਹਿੰਦੇ ਬਜ਼ੁਰਗ ਹੋ ਗਈ, ਉਹਦੇ ਘਰ ਵਿੱਚ ਇੱਕ ਉਹਦਾ ਪੁੱਤਰ ਵੀ ਸੀ। ਹੁਣ ਉਹਨਾਂ ਸਮਿਆਂ ਦੇ ਵਿੱਚ ਬਜ਼ੁਰਗਾਂ ਨੂੰ ਯਾਤਰਾ ਕਰਾਉਣੀ ਬੜੀ ਮੁਸ਼ਕਲ ਹੁੰਦੀ ਸੀ। ਕਹਿੰਦੇ ਉਹਦੇ ਪੁੱਤਰ ਨੇ ਕਿਹਾ, ਕਹਿੰਦੇ ਮਾਈ ਤੇਰੀ ਸਰੀਰਕ ਹਾਲਤ ਕਰਕੇ ਮੈਂ ਤੈਨੂੰ ਅੰਮ੍ਰਿਤਸਰ ਤਾਂ ਨਹੀਂ ਲਿਜਾ ਸਕਦਾ, ਅੱਗੋਂ ਕਹਿਣ ਲੱਗੀ, ਬੱਚਿਆ ਇਹ ਗੱਲ ਹੀ ਕੋਈ ਨਹੀਂ, ਮੇਰਾ ਗੁਰੂ ਤੇ ਏਡਾ ਦਿਆਲੂ ਕਿਰਪਾਲੂ ਹੈ, ਜੇ ਮੈਂ ਆਪਣੇ ਗੁਰੂ ਨੂੰ ਆਵਾਜ਼ ਮਾਰਾਂਗੀ ਤੇ ਉਹ ਮੇਰੇ ਘਰ ਵਿੱਚ ਵੀ ਚੱਲ ਕੇ ਆਵੇ। ਪੁੱਤਰ ਕਹਿਣ ਲੱਗਾ, ਮਾਤਾ ਅੰਮ੍ਰਿਤਸਰ ਸਤਿਗੁਰੂ ਨੇ, ਆਪਾਂ ਕਸ਼ਮੀਰ ਦੀ ਧਰਤੀ ਤੇ ਸ਼੍ਰੀਨਗਰ ਵਿੱਚ ਰਹਿੰਦੇ ਆ, ਇੰਨੀ ਦੂਰ ਸਤਿਗੁਰੂ ਨੂੰ ਸੁਨੇਹਾ ਕੌਣ ਅਪੜਾਏਗਾ। ਕਹਿਣ ਲੱਗੀ, ਸਤਿਗੁਰੂ ਨੂੰ ਸੁਨੇਹਾ ਅਪੜਾਉਣਾ ਨਹੀਂ ਪੈਂਦਾ, ਤੂੰ ਅੱਜ ਗੁਰੂ ਨੂੰ ਚੇਤੇ ਕਰ, ਸਤਿਗੁਰੂ ਨੂੰ ਆਪਣੇ ਆਪ ਪਤਾ ਲੱਗ ਜਾਵੇਗਾ, ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਂਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰਫੂਲਾ। ਅਕਾਲ ਉਸਤਤ ਦੇ ਵਿੱਚ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇਹ ਕਹਿੰਦੇ ਹਾਥੀ ਕੀ ਚਿੰਗਾਰ ਪਲ ਪਾਛੈ ਪਹੁੰਚੰਤ ਤਾਹੇ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀਅਤ ਹੈ। ਕਹਿੰਦੇ ਹਾਥੀ ਕਿੰਨੀ ਜ਼ੋਰ ਦੀ ਚੰਗਾੜ ਮਾਰਦਾ ਖਾਲਸਾ ਜੀ, ਪਰ ਰੱਬ ਕੋਲ
ਹਾਥੀ ਦੀ ਚੰਗਾਰ ਬਾਅਦ ਵਿੱਚ ਪਹੁੰਚਦੀ ਹੈ, ਇੱਕ ਨਿੱਕੀ ਜਿਹੀ ਕੀੜੀ ਦੀ ਪੁਕਾਰ ਪਹਿਲਾਂ ਪਹੁੰਚ ਜਾਂਦੀ ਹੈ। ਕਹਿਣ ਦਾ ਭਾਵ ਸੀ ਗੁਰੂ ਨੂੰ ਜ਼ੋਰ ਜ਼ੋਰ ਦੀ ਉੱਚੀ ਉੱਚੀ ਬੋਲ ਕੇ ਸੁਣਾਉਣਾ ਨਹੀਂ ਪੈਂਦਾ। ਕੋਈ ਆਪਣੇ ਘਰ ਦੇ ਵਿੱਚ ਜਾਂ ਗੁਰੂ ਘਰ ਵਿੱਚ ਆ ਕੇ ਨੇਤਰ ਬੰਦ ਕਰਕੇ ਆਪਣੇ ਅੰਦਰ ਵੀ ਆਵਾਜ਼ ਲਾ ਲਵੇ ਤੇ ਸੱਚ ਹੈ ਖਾਲਸਾ ਜੀ, ਗੁਰੂ ਦੇ ਵਿੱਚ ਇਹ ਤਾਕਤ ਹੈ। ਪਤਾ ਨਹੀਂ ਜੇ ਤੁਸੀਂ ਸੰਗਤ ਵਿੱਚ ਵੀ ਗੁਰੂ ਨੂੰ ਚੇਤਾ ਕਰ ਰਹੇ ਹੋ, ਗੁਰੂ ਨੇ ਤੁਹਾਡੇ ਨਾਲ ਆ ਕੇ ਬਹਿ ਜਾਣਾ। ਇਹ ਗੁਰੂ ਵਿੱਚ ਤਾਕਤ ਹੈ। ਕਹਿੰਦੇ ਕਿਆ ਬੱਚਿਆ, ਜੇ ਮੈਂ ਗੁਰੂ ਨੂੰ ਚੇਤੇ ਕਰਾਂਗੀ ਗੁਰੂ ਇੱਥੇ ਵੀ ਆਵੇਗਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਏਮਾਨ ਸਨ। ਕਹਿੰਦੇ ਮਾਈ ਸਮਾਂ ਲੰਘ ਰਿਹਾ, ਹੋਰ ਬਜ਼ੁਰਗ ਅਵਸਥਾ ਵਿੱਚ ਜਾ ਰਹੀ, ਮਨ ਵਿੱਚ ਭਾਵਨਾ ਹੀ ਕਿ ਕਿਉਂ ਨਾ ਮੈਂ ਸਤਿਗੁਰਾਂ ਵਾਸਤੇ ਖੱਦਰ ਦਾ ਕੁੜਤਾ ਬੁਣਾ, ਖੱਦਰ ਦਾ ਕੁੜਤਾ ਤਿਆਰ ਕਰਾਂ। ਤੇ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਉਣਗੇ, ਮੈਂ ਉਹਨਾਂ ਨੂੰ ਪ੍ਰਸ਼ਾਦੇ ਦਾ ਭੋਗ ਲਾਵਾਂਗੀ। ਕਹਿੰਦੇ ਰੋਜ਼ਾਨਾ ਅਰਦਾਸ ਕਰਨੀ, ਖੱਦਰ ਦਾ ਕੁੜਤਾ ਜਦੋਂ ਬੁਣਨਾ, ਉਸ ਵਕਤ ਵੀ ਮਨ ਦੇ ਵਿੱਚ ਅਰਦਾਸ, ਮਨ ਵਿੱਚ ਸ਼ਬਦ ਚੱਲੀ ਜਾਣਾ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ, ਦਰ ਮੰਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ, ਦਰਸ਼ਨ ਦੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾ ਤਰੱਕੀ ਨਿਆਈ। ਕਹਿੰਦੇ ਖੱਦਰ ਦਾ ਕੁੜਤਾ ਪੂਰਾ ਤਿਆਰ ਹੋ ਚੁੱਕਿਆ ਸੀ ਤੇ ਮਾਈ ਨੇ ਨਾ ਇੱਕ ਸੋਹਣੇ ਜਿਹੇ ਮੰਜੇ ਦੇ ਉੱਤੇ ਇੱਕ ਸਾਫ਼ ਚਾਦਰ ਵਿਛਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਕਾਸਣ ਤਿਆਰ ਕਰ ਲਿਆ ਤੇ ਖੱਦਰ ਦਾ ਕੁੜਤਾ ਮੰਜੇ ਦੇ ਥੱਲੇ ਬੈਠ ਕਰਕੇ, ਹੱਥ ਵਿੱਚ ਖੱਦਰ ਦਾ ਕੁੜਤਾ ਪਕੜ ਕਰਕੇ, ਨੇਤਰਾਂ ਦੇ ਵਿੱਚੋਂ ਵੈਰਾਗ ਆਈ ਜਾਣਾ, ਜਲ ਤੁਰੀ ਜਾਣਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੇਤੇ ਕਰਕੇ ਅਰਦਾਸਾਂ ਕਰੀਆਂ ਜਾਣੀਆਂ ਕਿ ਪਾਤਸ਼ਾਹ ਮੇਰੀ ਭਾਵਨਾ ਨੂੰ ਭਾਗ ਲਾਓ। ਹੁਣ ਕਹਿੰਦੇ ਜਦੋਂ ਇਸ ਤਰ੍ਹਾਂ ਪਿਆਰੇ ਨੇ ਉਡੀਕਾਂ ਕੀਤੀਆਂ, ਆਵਾਜ਼ਾਂ ਲਾਈਆਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ ਕਸ਼ਮੀਰ ਦੀ ਧਰਤੀ ਵੱਲ ਜਾਂਦੇ। ਮਹਾਰਾਜ ਇੱਕ ਹਫ਼ਤੇ ਦੇ ਵਿੱਚ ਕਸ਼ਮੀਰ ਦੀ ਧਰਤੀ ਤੇ ਪਹੁੰਚਦੇ। ਉਹਨਾਂ ਦਿਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਸ ਮਾਈ ਦੇ ਘਰ ਦੇ ਬਾਹਰ ਪਹੁੰਚਦੇ ਨੇ ਨਾ, ਤੇ ਮਾਈ ਅੰਦਰ ਉਡੀਕਾਂ ਕਰ ਰਹੀ ਸੀ, ਆਵਾਜ਼ਾਂ ਮਾਰ ਰਹੀ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਬੈਠੇ, ਘੋੜੇ ਤੇ ਸਵਾਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਮਾਈ ਦੀ ਭਾਵਨਾ ਸੀ ਪ੍ਰਸ਼ਾਦੇ ਦਾ ਭੋਗ ਲਾਵਾਂਗੀ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਮਾਂ ਰੋਜ਼ ਕਹਿੰਦੀ ਹੈ ਪ੍ਰਸ਼ਾਦੇ ਦਾ ਭੋਗ ਲਾਵਾਂਗੀ, ਅੱਜ ਭੁੱਖ ਲੱਗੀ ਹੈ, ਪ੍ਰਸ਼ਾਦਾ ਕਿਉਂ ਨਹੀਂ ਲਿਆਉਂਦੀ। ਭਾਵੇਂ ਬਜ਼ੁਰਗ ਸੀ, ਪਰ ਜਦੋਂ ਗੁਰੂ ਨੇ ਇਸ ਤਰ੍ਹਾਂ ਆਵਾਜ਼ ਲਾਈ, ਬੜੇ ਚਾਵਾਂ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛਕਾਇਆ। ਔਰ ਖੱਦਰ ਦਾ ਕੁੜਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭੇਟਾ ਦੇ ਵਜੋਂ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਤਨ ਤੇ ਸਜਾਇਆ। ਵੇਖੋ ਕੈਸੇ ਸ਼ਹਿਨਸ਼ਾਹ ਨੇ ਸਾਡੇ ਸਤਿਗੁਰੂ, ਕਿ ਜੇ ਕੋਈ ਭਾਵਨਾ ਨਾਲ ਖੱਦਰ ਦਾ ਕੁੜਤਾ ਵੀ ਤਿਆਰ ਕਰਦਾ, ਮਹਾਰਾਜ ਉਹਦਾ ਖੱਦਰ ਦਾ ਕੁੜਤਾ ਵੀ ਪਾਉਂਦੇ ਨੇ। ਖਾਲਸਾ ਜੀ ਇੱਥੇ ਪ੍ਰੇਮ ਦੀ ਗੱਲ ਹੈ। ਸੱਚ ਹੈ, ਜੇ ਕੋਈ ਅੱਜ ਵੀ ਪ੍ਰੇਮ ਦੇ ਨਾਲ ਰਮਾਲਾ ਸਾਹਿਬ ਤਿਆਰ ਕਰਕੇ ਲਿਆਵੇਗਾ ਨਾ, ਰਮਾਲਾ ਸਾਹਿਬ ਚੜਾਉਂਦੇ ਸਾਰੇ ਹੀ ਆਪਾਂ, ਪਰ ਜਿੱਦਣ ਪ੍ਰੇਮ ਨਾਲ ਤਿਆਰ ਕਰਕੇ ਗੁਰੂ ਕੋਲ ਆਵੋਗੇ, ਖੁਦ ਮਹਿਸੂਸ ਕਰੋਗੇ ਕਿ ਅੱਜ ਗੁਰੂ ਨੇ ਸੱਚਮੁੱਚ ਤਨ ਤੇ ਪਾਇਆ, ਅੱਜ ਗੁਰੂ ਨੇ ਸੱਚਮੁੱਚ ਪ੍ਰਸ਼ਾਦ ਨੂੰ ਭੋਗ ਲਾਇਆ ਜਾਂ ਦਰ ਪ੍ਰਵਾਨ ਕੀਤਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕੁੜਤਾ ਸਜਾਇਆ ਤਨ ਤੇ, ਮਾਈ ਨੇ ਚਰਨਾਂ ਤੇ ਸੀਸ ਰੱਖਿਆ, ਚਰਨਾਂ ਤੇ ਸੀਸ ਰੱਖ ਕੇ ਭੂਬਾਂ ਮਾਰ ਕੇ ਰੋ ਪਈ। ਕਿਤਨੀ ਦੇਰ ਆਪਣਾ ਸਿਰ ਨਾ ਚੱਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਰਗਾਹ ਦੇ ਬੂਹੇ ਖੋਲ ਦਿੱਤੇ। ਮੈਂ ਬੇਨਤੀ ਕਰਾਂ, ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰ ਤੇ ਆਉਂਦੇ ਆ, ਮੱਥਾ ਟੇਕਣ ਲੱਗਿਆ ਕਦੇ ਕਾਹਲੀ ਨਾ ਕਰੀਏ, ਸਮਾਂ ਕਦੇ ਵੀ ਕਾਹਲੀ ਵਿੱਚ ਨਾ ਲੰਘਾਈਏ, ਬਲਕਿ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰ ਤੇ ਆਉਂਦੇ ਆ, ਬਾਰ-ਬਾਰ ਮੱਥਾ ਟੇਕਣਾ ਚਾਹੀਦਾ, ਕਰੋੜਾਂ ਵਾਰ ਮੱਥਾ ਟੇਕਣਾ ਚਾਹੀਦਾ ਕਿ ਇਹ ਮੱਥੇ ਨੇ ਦੁਨੀਆ ਦੇ ਮੱਥੇ ਲੱਗਣਾ। ਪਾਤਸ਼ਾਹ ਤੂੰ ਕਿਰਪਾ ਕਰਕੇ ਦਰ ਦੀ ਧੂੜੀ ਬਖਸ਼ ਦੇ। ਤੇਰੇ ਦਰ ਦੀ ਧੂੜੀ ਜਦੋਂ ਮੱਥੇ ਤੇ ਲੱਗੇਗੀ, ਮੱਥੇ ਦੇ ਕਰਮ ਬਦਲੇ ਜਾਣਗੇ, ਮੱਥੇ ਦੇ ਲੇਖ ਬਦਲੇ ਜਾਣਗੇ।
ਇੱਥੇ ਚਾਹ ਦੇ ਨਾਲ, ਟਕਾ ਦੇ ਨਾਲ ਮੱਥਾ ਟੇਕਣਾ ਚਾਹੀਦਾ, ਨੇਤਰ ਬੰਦ ਕਰਕੇ। ਬਾਹਰਲੇ ਨੇਤਰਾਂ ਦੇ ਨਾਲ ਆਪਾਂ ਵੇਖਦੇ ਹਾਂ, ਥੜੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਨੇਤਰ ਬੰਦ ਕਰਕੇ ਵੇਖਣਾ ਚਾਹੀਦਾ, ਹਿਰਦੇ ਦੇ ਥੜੇ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੈ। ਇੱਕ ਸੱਜਣ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ, ਇਨ ਆँखों से सभी को देखा, कभी दिल के अंदर देखा ही नहीं। मंदिर मस्जिद गुरुद्वारे में मैं खूब गया, कभी अंदर के मंदिर को कभी देखा ही नहीं। ਕਹਿੰਦਾ ਅੱਖਾਂ ਨਾਲ ਬਾਹਰ ਸਾਰਾ ਕੁਝ ਤੱਕਦੇ ਆ, ਬਾਹਰਲੇ ਧਾਰਮਿਕ ਸਥਾਨਾਂ ਤੇ ਵੀ ਜਾਂਦੇ ਆ, ਪਰ ਧਾਰਮਿਕ ਸਥਾਨ ਤੇ ਗੁਰਦੁਆਰੇ ਪਹੁੰਚ ਕੇ ਵੀ ਖਾਲਸਾ ਜੀ ਹਮੇਸ਼ਾ ਬਾਹਰ ਹੀ ਤੱਕਦੇ ਰਹਿ ਜਾਂਦੇ ਆ, ਅੰਦਰ ਝਾਤ ਹੀ ਨਹੀਂ ਮਾਰਦੇ। ਤੇ ਮਹਾਰਾਜ ਕਹਿੰਦੇ, ਇਹ ਨੇਤਰੋ ਮੇਰੇ ਹੋ, ਹਰ ਤੁਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਵੇਖੋ, ਇਹ ਗੁਰੂ ਦੀ ਕਿਰਪਾ ਹੈ। ਗੁਰੂ ਦੀ ਮਰਜ਼ੀ ਤੋਂ ਬਿਨਾ ਕੋਈ ਗੁਰੂ ਦਰਬਾਰ 'ਚ ਨਹੀਂ ਆਉਂਦਾ। ਜਿਹਨੂੰ ਗੁਰੂ ਸੱਦਾ ਦੇਵੇ ਉਹੀ ਆਉਂਦਾ ਹੈ। ਜੇ ਗੁਰੂ ਸੱਦਾ ਕਬੂਤਰ ਨੂੰ ਦੇ ਦੇਵੇ ਤੇ ਕਬੂਤਰ ਵੀ ਆ ਜਾਂਦਾ, ਕਿਉਂਕਿ ਇਹ ਸੱਚਖੰਡ ਹੈ, ਇਹ ਦਰਗਾਹ ਹੈ। ਇੱਥੇ ਗੁਰੂ ਦੀ ਮਰਜ਼ੀ ਦੇ ਨਾਲ ਹੀ ਕੋਈ ਪਹੁੰਚ ਸਕਦਾ। ਸਤਿਗੁਰੂ ਅੱਗੇ ਬਚਨ ਕਰਦੇ ਨੇ ਕਿ ਅਰਦਾਸ ਕਰ ਗੁਰੂ ਦੇ ਚਰਨਾਂ ਦੇ ਵਿੱਚ, ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾਨਾਥ ਸੁਣੋ ਅਰਦਾਸ। ਹੇ ਦੀਨਾਨਾਥ ਕਿਰਪਾ ਕਰ, ਤਰਸ ਕਰ, ਮੇਰੀ ਅਰਦਾਸ ਸੁਣ। ਮੈਂ ਬੇਨਤੀ ਕਰਾਂ, ਅਰਦਾਸ ਸ਼ਬਦਾਂ ਦਾ ਮੁਹਤਾਜ ਨਹੀਂ ਹੁੰਦੀ, ਅਰਦਾਸ ਬਾਹਰੀ ਲਫ਼ਜ਼ਾਂ ਦਾ ਮੁਹਤਾਜ ਨਹੀਂ ਹੁੰਦੀ। ਅਰਦਾਸ ਸਾਡੇ ਦਿਲੋਂ ਨਿਕਲੀ ਹੋਈ ਇੱਕ ਤੜਪ ਦੀ ਆਵਾਜ਼ ਹੁੰਦੀ ਹੈ। ਅਰਦਾਸ ਸਾਡੇ ਅੰਦਰੋਂ ਨਿਕਲੀ ਹੋਈ ਇੱਕ ਬਿਹਬਲਤਾ ਹੁੰਦੀ ਹੈ। ਕਈ ਵਾਰ ਸੰਗਤ ਦੇ ਵਿੱਚੋਂ ਪ੍ਰਸ਼ਨ ਆਉਂਦੇ ਨੇ, ਭਾਈ ਸਾਹਿਬ ਜੀ ਅਰਦਾਸ ਕਿਵੇਂ ਕਰੀਏ, ਸਤਿਗੁਰੂ ਅੱਗੇ ਜਾ ਕੇ ਅਰਦਾਸ ਕਿਸ ਤਰ੍ਹਾਂ ਕਰੀਏ। ਮੈਂ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇੱਕ ਬੱਚਾ ਆਪਣੇ ਮਾਂ ਪਿਓ ਕੋਲ ਜਾ ਕੇ ਆਪਣੇ ਦਿਲ ਦੀ ਗੱਲ ਕਰਦਾ ਹੈ, ਬਸ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਦੋਵੇਂ ਹੱਥ ਜੋੜ ਕੇ ਕਹਿ ਦਿਆ ਕਰੋ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਤੂੰ ਮੇਰੀ ਮਾਤਾ ਹੈ, ਤੂੰ ਮੇਰਾ ਪਿਤਾ ਹੈ, ਮੈਂ ਤੇਰੀ ਸ਼ਰਨੀ ਆਇਆ ਤੇ ਹੁਣ ਸੁੱਖਾਂ ਦੀਆਂ ਦਾਤਾਂ ਮਿਲਣਗੀਆਂ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਇਸ ਤਰ੍ਹਾਂ ਅਰਦਾਸ ਕਰਾਂਗੇ, ਅਰਦਾਸ ਪੂਰੀ ਹੋਵੇਗੀ। ਸਤਿਗੁਰੂ ਕਹਿੰਦੇ, ਇਸ ਤਰ੍ਹਾਂ ਅਰਦਾਸ ਕਰ, ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾਨਾਥ ਸੁਣੋ ਅਰਦਾਸ। ਮੈਂ ਇੱਕ ਵਾਰ ਅਨੁਭਵ ਕਰ ਰਿਹਾ ਸਾਂ ਕਿ ਵੇਖੋ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਅਰਦਾਸ ਕਰਦੇ ਆ, ਮਨ ਵਿੱਚ ਭਾਵਨਾ ਬਹੁਤ ਵੱਡੀ ਬਣਾਇਆ ਕਰੀਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਐਸੇ ਦਿਆਲੂ ਕਿਰਪਾਲੂ ਨੇ ਕਿ ਗੁਰੂ ਤੇਗ ਬਹਾਦਰ ਜੀ ਨੂੰ ਜੇ ਕੋਈ ਆਪਣੇ ਡੁੱਬਦੇ ਬੇੜੇ ਨੂੰ ਪਾਰ ਕਰਾਉਣ ਲਈ ਅਰਦਾਸ ਕਰਦਾ ਹੈ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਦਾ ਡੁੱਬਦਾ ਬੇੜਾ ਪਾਰ ਕਰਦੇ ਨੇ, ਤਨ ਦਾ ਮੋਢਾ ਲਾਉਂਦੇ ਨੇ। ਤੇ ਸਭ ਤੋਂ ਵੱਡੀ ਗੱਲ ਕਿ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਕੋਈ ਆਪਣਾ ਜੀਵਨ ਬਚਾਉਣ ਦੀ ਅਰਦਾਸ ਕਰਦਾ ਹੈ, ਮਹਾਰਾਜ ਆਪਣਾ ਜੀਵਨ ਕੁਰਬਾਨ ਕਰ ਦਿੰਦੇ ਨੇ, ਪਰ ਦਰ ਆਏ ਸਿੱਖ ਦੀ ਅਰਦਾਸ ਕਦੇ ਖਾਲੀ ਨਹੀਂ ਜਾਣ ਦਿੰਦੇ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਦੀ ਅਰਦਾਸ, ਹਰ ਇੱਕ ਦੀ ਬੇਨਤੀ ਸੁਣਦੇ। ਜਿਹੜਾ ਅਰਦਾਸ ਸ਼ਬਦ ਹੈ ਫਾਰਸੀ ਦਾ ਹੈ। ਦੋ ਸ਼ਬਦ ਨੇ, ਅਰਜ਼ ਤੇ ਦਾਸਤ। ਅਰਜ਼ ਦਾ ਮਤਲਬ ਹੁੰਦਾ ਬੇਨਤੀ, ਤੇ ਦਾਸਤ ਦਾ ਮਤਲਬ ਹੁੰਦਾ ਰੱਖਣਾ। ਸਤਿਗੁਰੂ ਕਹਿੰਦੇ, ਤੂੰ ਰੱਬ ਅੱਗੇ, ਖੁਦਾ ਅੱਗੇ ਆਪਣੇ ਦਿਲ ਦੀ ਗੱਲ ਰੱਖਿਆ ਕਰ। ਜਦੋਂ ਤੂੰ ਖੁਦਾ ਦੇ ਨਾਲ ਗੱਲਾਂ ਕਰੇਂਗਾ, ਤੇਰੀ ਅਰਦਾਸ ਸੁਣੀ ਜਾਵੇਗੀ। ਪਰ ਅੱਜ ਨਮੋਸ਼ੀ ਇਸ ਗੱਲ ਦੀ ਹੈ, ਇਨਸਾਨ ਦੁਨੀਆ ਦੇ ਨਾਲ, ਸੰਸਾਰਕ ਇਨਸਾਨਾਂ ਨਾਲ ਗੱਲਾਂ ਕਰਨੀਆਂ ਬਹੁਤ ਚੰਗੀਆਂ ਸਮਝਦਾ, ਪਰ ਰੱਬ ਦੇ ਨਾਲ ਗੱਲਾਂ ਕਰਨੀਆਂ ਚੰਗੀਆਂ ਨਹੀਂ ਸਮਝਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਤੂੰ ਬਾਬੇ ਨਾਨਕ ਦੀਆਂ ਗੱਲਾਂ ਛੱਡ ਕੇ ਬਾਬੇ ਨਾਨਕ ਨਾਲ ਗੱਲਾਂ ਕਰਨ ਲੱਗ ਜਾ, ਤੇਰੀ ਹਰ ਇੱਕ ਅਰਦਾਸ ਸੁਣੀ ਜਾਵੇਗੀ। ਸਤਿਗੁਰੂ ਕਹਿੰਦੇ, ਅਰਦਾਸ ਕਰਕੇ ਅਰਜ਼ੋਈ ਕਰ, ਕਰ ਗਹਿ ਲੇਹੋ ਨਾਨਕ ਕੇ ਸੁਆਮੀ, ਜਿਉ ਪਿੰਡ ਸਭ ਤੁਮਰੀ ਰਾਸ। ਕਿ ਹੇ ਸਤਿਗੁਰੂ, ਕਿਰਪਾ ਕਰੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਸਾਨੂੰ ਆਪਣੇ ਗਲ ਨਾਲ ਲਾ ਲਵੋ, ਸਾਡੇ ਉੱਤੇ ਆਪਣਾ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਵੋ। ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿ ਤੇਰੀ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ
ਇਹੀ ਅਰਦਾਸ ਕਰਨੀ ਹੈ ਕਿ ਮਹਾਰਾਜ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਸਾਰੇ ਦਰ ਛੱਡ ਕੇ ਕੱਲੇ ਕੱਲੇ ਦਾ ਬੂਹਾ ਖੜਕਾ ਕੇ ਮੈਂ ਤੇਰੇ ਬੂਹੇ ਤੇ ਆਇਆ, ਹੁਣ ਇੱਥੋਂ ਖਾਲੀ ਨਾ ਜਾਣ ਦੇਵੀਂ। ਕਿਉਂ? ਕਿਉਂਕਿ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਹੁਣ ਮੇਰੀ ਲਾਜ ਤੇਰੇ ਹੱਥ ਵਿੱਚ ਹੈ। ਤੇ ਪਾਤਸ਼ਾਹ ਜਿਨ ਕਾ ਪੱਖ ਕਰੇ ਤੂੰ ਸੁਆਮੀ, ਤਿਨ ਕੀ ਗੱਲ ਤੁਧ ਉਪਰ ਆਣੀ ਹੈ। ਜੇ ਮੇਰੇ ਦੇ ਨਾਲ, ਮੈਂ ਗੁਰੂ ਕਾ ਸਿੱਖ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਬਚਨ ਕਰਿਆ ਕਰਦੇ ਸਨ ਕਿ ਸਿੱਖੋ, ਜਿਹੜਾ ਸਿੱਖ ਗੁਰੂ ਦਾ ਹੋ ਜਾਂਦਾ, ਗੁਰੂ ਉਹਨੂੰ ਦੁਨੀਆ ਵਿੱਚ ਡਿੱਗਣ ਨਹੀਂ ਦਿੰਦਾ। ਕਿਉਂਕਿ ਜਿਸ ਦਿਨ ਕੋਈ ਗੁਰੂ ਕੇ ਸਿੱਖ ਨੂੰ ਬੇਇੱਜ਼ਤ ਕਰਨਾ ਚਾਹੁੰਦਾ ਹੈ, ਸਤਿਗੁਰੂ ਕਹਿੰਦੇ ਉਹ ਗੱਲ ਗੁਰੂ ਦੇ ਉੱਤੇ ਆਉਂਦੀ ਹੈ। ਇਸ ਕਰਕੇ ਗੁਰੂ ਸਾਹਿਬ ਆਪਣੇ ਸਿੱਖ ਨੂੰ ਦੁਨੀਆ ਵਿੱਚ ਡਿੱਗਣ ਨਹੀਂ ਦਿੰਦੇ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਭੂਲ ਜੋ ਚੂਕ ਪਰੀ ਹਮ ਤੇ ਗੁਰ ਕਿੰਕਰ ਤੁਮ ਪਾਹੇ ਬਖਸ਼ਾਵਤ, ਲਾਜ ਰਖੋ ਨਿਜ ਨਾਮੇ ਕੀ ਸਿੱਖ ਤੁਮਰੋ ਜਗ ਮਾਹੇ ਕਹਾਵਤ। ਕਿ ਪਾਤਸ਼ਾਹ ਮੈਂ ਤੇਰਾ ਸਿੱਖ ਦੁਨੀਆ ਤੇ ਅਖਾਉਣਾ, ਤੂੰ ਆਪਣੇ ਸਿੱਖ ਦੀ ਲਾਜ ਰੱਖ, ਆਪਣੀ ਸਿੱਖੀ ਦੀ ਲਾਜ ਰੱਖ। ਅਰਦਾਸ ਕਰਦੇ ਹੋਏ ਪੁਰਾਣੇ ਸਮੇਂ ਦੇ ਵਿੱਚ ਗੁਰੂ ਕੇ ਜਾਂ ਫੌਜਾਂ ਅੱਜ ਵੀ ਤੇ ਪੁਰਾਣੇ ਸਮੇਂ 'ਚ ਵੀ ਜਕਾਰੇ ਵਿੱਚ ਇੱਕ ਗੱਲ ਕਿਹਾ ਕਰਦੇ ਸਨ, ਸੋਢੀ ਸੱਚੇ ਪਾਤਸ਼ਾਹ ਜੀ ਰੱਖਣੀ ਬਿਰਦ ਬਾਣੇ ਕੀ ਲਾਜ। ਕਿ ਪਾਤਸ਼ਾਹ ਜਿਹੜਾ ਮੈਂ ਤਨ ਤੇ ਬਾਣਾ ਸਜਾਇਆ, ਜਿਹੜਾ ਸੀਸ ਤੇ ਦਮਾਲਾ ਜਾਂ ਦਸਤਾਰ ਸਜਾਈ ਹੈ, ਇਹ ਨਾ ਦਸਤਾਰ ਮੇਰੀ ਹੈ ਨਾ ਬਾਣਾ ਮੇਰਾ, ਇਹ ਤੇਰਾ ਹੈ। ਹੁਣ ਤੂੰ ਕਿਰਪਾ ਕਰੀ, ਮੈਂ ਤਨ ਤੇ ਸਜਾ ਤੇ ਲਿਆ, ਸਿਰ ਤੇ ਪੱਗ ਬੰਨ੍ਹ ਤੇ ਲਈ ਹੈ, ਹੁਣ ਤੂੰ ਇਸ ਪੱਗ ਨੂੰ ਦੁਨੀਆ ਦੇ ਅੱਗੇ ਝੁਕਣ ਨਾ ਦਵੀਂ, ਕੇਵਲ ਆਪਣੇ ਅੱਗੇ ਝੁਕਾਈ। ਇਹ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਸੋ ਅੱਜ ਦੇ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਛੀ ਨੂੰ ਸੰਬੋਧਨ ਕਰਦੇ ਹੋਏ, ਭਾਵ ਸਾਨੂੰ ਸੰਬੋਧਨ ਕਰਦੇ ਹੋਏ, ਮਨ ਨੂੰ ਸੰਬੋਧਨ ਕਰਦੇ ਹੋਏ ਸਮਝਾਉਂਦੇ ਨੇ, ਭਾਈ ਦੁਨੀਆ ਦੀਆਂ ਉਲਝਣਾਂ ਦੇ ਵਿੱਚੋਂ ਬਚ ਕੇ, ਦੁਨੀਆ ਦੀ ਮੋਹ ਮਮਤਾ ਚੋਂ ਬਚ ਕੇ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਤਾਂ ਹੀ ਇਸ ਜੀਵ ਦਾ, ਇਸ ਇਨਸਾਨ ਦਾ ਭਲਾ ਹੈ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ, ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਬੋਲਦਿਆਂ ਅਨੇਕਾਂ ਭੁੱਲਾਂ ਹੋਈਆਂ, ਅਰਦਾਸ ਕਰਨੀ ਕਿ ਜੋ ਸੁਣਿਆ ਹੈ, ਜੋ ਸੁਣਾਇਆ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਭਨਾਂ ਨੂੰ ਕਮਾਉਣ ਦੀ ਦਾਤ ਦੇਣ। ਆਓ ਅਖੀਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਗੁਣ ਗਾ ਕੇ ਆਪਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰ ਨਉ ਨਿਦ ਆਵੈ ਧਾਏ, ਕਰ ਨਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਆਪ ਸਭ ਸੰਗਤਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਔਰ ਰੋਮ ਰੋਮ ਕਰਕੇ ਧੰਨਵਾਦ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਆਪ ਸਭ ਸੰਗਤਾਂ ਦੇ ਚਰਨ ਪਰਸਨ ਲਈ ਇਹ ਘੜੀਆਂ ਬਖਸ਼ੀਆਂ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾ ਨਾਥ ਸੁਨੋ ਅਰਦਾਸ। ਕਰ ਗਹਿ ਲਿਹੋ ਨਾਨਕ ਕੇ ਸੁਆਮੀ, ਜਿਉ ਪਿੰਡ ਸਭ ਤੁਮਰੀ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ